तू मुझे नवाजे, तेरा कर्म है वरना तेरी रहमतों का बदला मेरी बंदगी नहीं। सत श्री अकाल, सलाम, नमस्ते ਸਾਰੇ ਕਾਂਸ਼ੀ ਟੀਵੀ ਦੇਖਣ ਵਾਲਿਆਂ ਨੂੰ ਮੇਰੇ ਬਲਬੀਰ ਕੌਰ ਵੱਲੋਂ ਹੈਡ ਟਾਕ ਸ਼ੋਅ ਵਿੱਚ ਤੁਹਾਡਾ ਨਿੱਘਾ ਜਿਹਾ ਸਵਾਗਤ ਹੈ। ਮੈਂ ਲੈ ਕੇ ਅੱਜ ਸਪੈਸ਼ਲ ਗੈਸਟ ਤੁਹਾਡੇ ਲਈ ਜੋ ਸਾਨੂੰ ਅੱਜ ਜਾਣਕਾਰੀ ਦੇਣਗੇ ਸਾਡੇ ਈਅਰ, ਨੋਜ਼ ਐਂਡ ਥਰੋਟ ਦੇ ਬਾਰੇ ਕਿ ਕਿਸ ਤਰੀਕੇ ਦੇ ਨਾਲ ਵਰਕਆਊਟ ਹੁੰਦਾ ਹੈ, ਕੀ ਡਿਜ਼ੀਜ਼ਸ ਜਿਹੜੇ ਨੇ ਉਹ ਸਾਨੂੰ ਹੋ ਸਕਦੇ ਨੇ, ਟ੍ਰੀਟਮੈਂਟ ਕੀ ਹੈ, ਡਾਇਗਨੋਸ ਕੀ ਹੈ ਤੇ ਇਹਦੇ ਵਿੱਚ ਅਸੀਂ ਕੀ ਵਿਚਾਰ ਸਾਨੂੰ ਸਾਂਝੇ ਕਰਨੇ ਚਾਹੀਦੇ ਹੈਗੇ ਐਜ਼ ਅ ਵਿਊਅਰਸ। ਤੁਹਾਡੇ ਆਪਣੇ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਾਂਸ਼ੀ ਟੀਵੀ ਤੇ, ਬਟ ਲਾਈਟਰ ਆਫਟਰ ਦ ਸ਼ੋ। ਬਟ ਮੈਂ ਤੁਹਾਨੂੰ ਅੱਜ ਰੂਬਰੂ ਕਰਾਵਾਂਗੀ ਸਾਡੇ ਸਾਥ ਜਿਹੜਾ ਦੇਣ ਵਾਸਤੇ ਸਪੈਸ਼ਲ ਗੈਸਟ ਜੋ ਨੇ ਗੁਰਚਰਨ ਸੈਣੀ ਜੀ, ਜੋ ਕਿ ਸੈਂਡਵਲ ਐਂਡ ਸਿਟੀ ਹਸਪੀਟਲ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਅੱਜ ਸਾਡੇ ਗੈਸਟ ਬਣ ਕੇ ਆਏ ਨੇ ਤੇ ਸਾਨੂੰ ਇਨਫੋਰਮੇਸ਼ਨ ਦੇਣ ਬਾਰੇ ਆਏ ਆ ਡੈਫਨੈਸ ਦੇ ਬਾਰੇ ਸਪੈਸ਼ਲੀ ਐਂਡ ਹੀਅਰਿੰਗ ਲੂਜ਼ ਦੇ ਬਾਰੇ। ਸੋ ਇਹਨਾਂ ਦਾ ਸਵਾਗਤ ਕਰਾਂਗੇ ਕਾਂਸ਼ੀ ਟੀਵੀ ਤੇ। ਸਤਿ ਸ਼੍ਰੀ ਅਕਾਲ ਗੁਰਚਰਨ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਂਸ਼ੀ ਟੀਵੀ ਤੇ। ਥੈਂਕ ਯੂ ਸੋ ਮਚ ਫॉर ਕਮਿੰਗ ਟੂ ਕਾਂਸ਼ੀ ਟੀਵੀ। ਥੈਂਕ ਯੂ ਬਲਬੀਰ ਜੀ। ਥੋੜੀ ਜਿਹੀ ਮੈਂ ਆਪਣੀ ਇੰਟਰੋਡਕਸ਼ਨ ਤੁਹਾਨੂੰ ਦੇ ਦਿਆਂ ਸ਼ੁਰੂ ਦੇ ਵਿੱਚ। ਹਾਂਜੀ। ਮੇਰਾ ਨਾਮ ਡਾਕਟਰ ਗੁਰਚਰਨ ਸਿੰਘ ਸੈਣੀ ਹੈ। ਬੇਸਿਕਲੀ ਮੈਂ ਇੰਡੀਆ ਤੋਂ MBBS ਕੀਤੀ ਸੀ, ਉਹ ਤੋਂ ਬਾਅਦ ਮੈਂ ਇੱਥੇ ਆ ਗਿਆ ਸੀ ਇੰਗਲੈਂਡ ਦੇ ਵਿੱਚ ਤੇ ਫਰਦਰ ਸਟੱਡੀ ਮੇਰੀ ਸਾਰੀ ਇੱਥੇ ਹੈ। ਤੇ ਅੱਜ ਦੀ ਡੇਟ ਵਿੱਚ ਮੈਂ ਸਿਟੀ ਹਸਪੀਟਲ ਬਰਮਿੰਘਮ ਤੇ ਸੈਂਡਵੈਲ ਹਸਪੀਟਲ ਦੇ ਵਿੱਚ ਈਅਰ, ਨੋਜ਼ ਐਂਡ ਥਰੋਟ ਡਿਪਾਰਟਮੈਂਟ ਦੇ ਵਿੱਚ ਸਪੈਸ਼ਲਿਟੀ ਡਾਕਟਰ ਕੰਮ ਕਰ ਰਿਹਾ ਜੀ। ਤੁਹਾਡਾ ਇੰਟਰੋਡਕਸ਼ਨ ਬਹੁਤ ਲੰਬਾ ਸਫ਼ਰ ਤੁਹਾਡਾ ਰਿਹਾ ਲੱਗਦਾ ਸੈਂਡਵਲ ਸਿਟੀ ਹਸਪੀਟਲ ਦੇ ਵਿੱਚ। ਤੇ ਥੋੜੀ ਜਿਹੀ ਸਾਨੂੰ ਦੱਸੋਗੇ ਕਿਸ ਤਰੀਕੇ ਦੀ ਤੁਸੀਂ ਟ੍ਰੀਟਮੈਂਟ ਜਿਹੜੀ ਕਰਦੇ ਹੈਗੇ ਹੋ? ਜੇ ਆਪਾਂ ਡੈਫਨੈਸ, ਹੀਅਰਿੰਗ ਲਾਸ ਤੇ ਡੈਫਨੈਸ ਦੇ ਬਾਰੇ ਗੱਲ ਕਰਨੀ ਹੈ ਜੀ, ਥੋੜਾ ਜਿਹਾ ਮੈਂ ਸ਼ੁਰੂ ਦੇ ਵਿੱਚ ਦੱਸਣਾ ਚਾਹਾਂਗਾ ਕੰਨ ਦੇ ਬਾਰੇ। ਜਿਹੜਾ ਸਾਡਾ ਕੰਨ ਹੈ ਇਹਦੇ 3 ਪਾਰਟ ਨੇ ਜੀ। ਇਹ ਦਿਖਾ ਦਿੰਦੇ ਆ ਸਾਡੇ ਵਿਊਅਰਸ ਨੇ। ਹਾਂਜੀ, ਇੱਕ ਸਭ ਤੋਂ ਬਾਹਰਲਾ ਜਿਹੜਾ ਉਹਨੂੰ ਅਸੀਂ ਆਊਟਰ ਈਅਰ ਕਹਿੰਦੇ ਆ, ਬਾਹਰਲਾ ਕੰਨ। ਹਾਂਜੀ। ਫਿਰ ਉਹ ਤੋਂ ਅੱਗੇ ਆ ਜਾਂਦਾ ਮਿਡਲ ਈਅਰ, ਫਿਰ ਉਹ ਤੋਂ ਅੱਗੇ ਆ ਜਾਂਦਾ ਇਨਰ ਈਅਰ। ਜਿਹੜਾ ਆਊਟਰ ਈਅਰ ਹੈ, ਜਿਹੜਾ ਬਾਹਰਲਾ ਕੰਨ ਹੈ, ਉਹਦੇ ਵਿੱਚ ਸਾਨੂੰ ਜਿਹੜਾ ਕੰਨ ਸਾਡਾ ਦਿਸਦਾ ਹੈ ਉਹ ਆ। ਫਿਰ ਕੰਨ ਦੇ ਵਿੱਚ ਜਿਹੜੀ ਮੋਰੀ ਜਿਹਨੂੰ ਅਸੀਂ ਐਕਸਟਰਨਲ ਆਡੀਟਰੀ ਮੀਟਸ ਕਹਿੰਦੇ ਆ ਉਹ ਹੁੰਦਾ ਹੈ। ਉਹ ਤੋਂ ਅੱਗੇ ਈਅਰ ਕੈਨਾਲ ਹੁੰਦੀ ਹੈ, ਇਹ ਆਊਟਰ ਈਅਰ ਹੈ। ਇਹ ਤੋਂ ਅੱਗੇ ਕੰਨ ਦਾ ਪਰਦਾ ਹੁੰਦਾ ਤੇ ਕੰਨ ਦਾ ਪਰਦੇ ਦੇ ਪਿੱਛੇ 3 ਛੋਟੀਆਂ ਬੋਨਸ ਲੱਗੀਆਂ ਹੁੰਦੀਆਂ ਨੇ, ਮੈਲੀਅਸ, ਇੰਕਸ ਤੇ ਸਟੇਪੀਜ਼। ਤੇ ਨੱਕ ਦੇ ਪਿੱਛੋਂ ਇੱਕ ਟਿਊਬ ਆ ਕੇ ਮਿਡਲ ਈਅਰ ਦੇ ਵਿੱਚ ਖੁੱਲ੍ਹਦੀ ਹੈ, ਜਿਹਨੂੰ ਯੂਸਟੇਚੀਅਨ ਟਿਊਬ ਕਹਿੰਦੇ ਆ। ਇੱਥੋਂ ਤੱਕ ਆਊਟਰ ਈਅਰ ਤੇ ਮਿਡਲ ਈਅਰ ਹੈ। ਇਹ ਤੋਂ ਅੱਗੇ ਇਨਰ ਈਅਰ ਹੈ। ਔਰ ਜਿਹੜਾ ਸੁਣਾਈ ਦਾ ਸੈਂਸਰੀ ਆਰਗਨ ਹੈ ਉਹਨੂੰ ਅਸੀਂ ਕੋਕਲੀਆ ਕਹਿੰਦੇ ਹਾਂ। ਤੇ ਉਸ ਤੋਂ ਅੱਗੇ ਨਰਵ, ਜਿਹੜੀ ਨਸ ਹੈ, ਬ੍ਰੇਨ ਨੂੰ ਮੈਸੇਜ ਲੈ ਕੇ ਜਾਂਦੀ ਹੈ, ਸਾਡੇ ਦਿਮਾਗ ਤੱਕ ਗੱਲ ਪਹੁੰਚਦੀ ਹੈ ਤੇ ਅਸੀਂ ਆਪਸ ਵਿੱਚ ਹੀ ਗੱਲਬਾਤ ਕਰਦੇ ਹਾਂ। ਸੋ ਕੰਨ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਪੂਰੀ ਸਹਿਮਤੀ ਨਾਲ ਅਗਰ ਦੇਖੀਏ ਤਾਂ। ਬਿਲਕੁਲ ਜੀ, ਸਾਡੇ ਕੰਨ ਦਾ ਬਹੁਤ ਵੱਡਾ ਯੋਗਦਾਨ ਹੈ। ਜਿਸ ਤਰ੍ਹਾਂ ਸਾਡੀਆਂ ਅੱਖਾਂ ਦੇਖਣ ਵਿੱਚ ਕੰਮ ਕਰਦੀਆਂ ਨੇ, ਸਾਡੀ ਸੁਣਾਈ ਜਿਹੜੀ ਆ ਉਹ ਉਸ ਤਰ੍ਹਾਂ ਹੀ ਕੰਨ ਹੈ ਜਿਹੜਾ ਸੈਂਸਰੀ ਆਰਗਨ ਹੈ ਸੁਣਾਈ ਵਾਸਤੇ। ਜੀ ਜੀ। ਜਦੋਂ ਵੀ ਕੋਈ ਵੀ ਬੱਚਾ ਪੈਦਾ ਹੁੰਦਾ, ਉਹ ਜਦੋਂ ਆਪਣੀ ਏਜ 'ਤੇ ਆਉਂਦਾ, ਪਹਿਲਾਂ ਉਹ ਸੁਣੇਗਾ ਤਾਂ ਬੋਲੇਗਾ ਜੀ। ਜੇ ਸੁਣੇਗਾ ਨਹੀਂ ਤਾਂ ਬੋਲੇਗਾ ਨਹੀਂ। ਡੈਫ ਐਂਡ ਡੰਬ ਜੀ। ਤੇ ਸੁਣਾਈ ਬਹੁਤ ਜ਼ਰੂਰੀ ਹੈ। ਸੋ ਤਾਂ ਹੀ ਡਾਕਟਰ ਸਾਹਿਬ ਕਿ ਕਈ ਜਿਹੜੇ ਟੈਸਟ ਹੁੰਦੇ ਆ ਬੱਚਿਆਂ ਦੇ, ਕਈ ਵਾਰੀ ਕੰਡੀਸ਼ਨ ਹੁੰਦੀ ਹੈ ਬੱਚੇ ਬੋਲਦੇ ਨਹੀਂ ਹੈ, ਤਾਂ ਹੀ ਫਿਰ ਉਹਨਾਂ ਦਾ ਹੀਅਰਿੰਗ ਟੈਸਟ ਪਹਿਲੇ ਕੀਤਾ ਜਾਂਦਾ ਹੈ, ਕੀ ਪਤਾ ਉਹਨੂੰ ਸੁਣਦਾ ਨਾ ਹੋਏ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜੋ ਇਸ ਟੌਪਿਕ ਤੋਂ ਜਾਣ ਤੋਂ ਪਹਿਲਾਂ ਆਪਾਂ, ਮੇਰਾ ਖਿਆਲ ਠੀਕ ਰਹੇ ਜੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਨੂੰ ਸੁਣਦਾ ਕਿਸ ਤਰ੍ਹਾਂ ਹੈ। ਜੀ ਜੀ। ਜਦੋਂ ਵੀ ਸਾਊਂਡ ਪ੍ਰੋਡਿਊਸ ਹੁੰਦੀ ਹੈ ਕਿਸੇ ਵੀ ਸੋਰਸ ਤੋਂ, ਜਿਵੇਂ ਅਸੀਂ ਹੁਣ ਗੱਲਬਾਤ ਕਰ ਰਹੇ ਹਾਂ, ਕੋਈ ਮਿਊਜ਼ਿਕ ਚੱਲ ਰਿਹਾ ਹੈ, ਦੇਅਰ ਇਜ਼ ਅ ਸਾਊਂਡ ਸੋਰਸ ਜੀ। ਅਤੇ ਸਾਊਂਡ ਵੇਵਸ ਬਣਦੀਆਂ ਨੇ ਔਰ ਉਹ ਜਿਹੜੀਆਂ ਵੇਵਸ ਨੇ ਜਾਂ ਆਵਾਜ਼ ਦੀਆਂ ਲਹਿਰਾਂ ਨੇ, ਉਹ ਹਵਾ ਦੇ ਵਿੱਚ ਜਾਂ ਐਟਮੋਸਫੇਅਰ ਦੇ ਵਿੱਚੋਂ ਦੀ ਹੁੰਦੀਆਂ ਹੋਈਆਂ ਸਾਡੇ ਕੰਨ ਦੇ ਵਿੱਚ ਜਾਂਦੀਆਂ ਨੇ। ਕੰਨ ਤੋਂ ਵਿੱਚੋਂ ਏਅਰ ਕਨਾਲ ਦੇ ਵਿੱਚੋਂ ਦੀ ਹੁੰਦੀਆਂ ਹੋਈਆਂ ਕੰਨ ਦੇ ਪਰਦੇ ਨਾਲ ਟਕਰਾਉਂਦੀਆਂ ਨੇ ਤੇ ਪਰਦਾ ਵਾਈਬਰੇਟ ਕਰਦਾ ਹੈ। ਪਰਦਾ ਵਾਈਬਰੇਟ ਕਰਨ ਤੋਂ ਬਾਅਦ ਜਿਹੜੀਆਂ 3 ਛੋਟੀਆਂ ਬੋਨਸ ਲੱਗੀਆਂ ਹੁੰਦੀਆਂ ਨੇ ਮਿਡਲ ਈਅਰ ਦੇ ਵਿੱਚ, ਉਹ ਵਾਈਬਰੇਟ ਹੁੰਦੀਆਂ ਨੇ ਜੀ। ਉੱਥੋਂ ਫਿਰ ਏਅਰ ਟਰਾਂਸਮਿਟ ਹੁੰਦੀ ਹੈ, ਫਲੂਇਡ ਹੁੰਦਾ ਇਨਰ ਈਅਰ ਦੇ ਵਿੱਚ, ਕੋਕਲੀਆ ਦੇ ਵਿੱਚ ਜੀ।
ਔਰ ਫਲੂਇਡ ਦੇ ਨਾਲ ਉੱਥੇ ਪੈਰੀਲਿੰਫ ਐਂਡੋਲਿੰਫ ਫਲੂਇਡ ਹੁੰਦਾ ਔਰ ਉਹਦੇ ਉੱਤੇ ਵੈਜ਼ੂਲਰ ਮੈਂਬਰੇਨ ਤੇ ਹੇਅਰ ਸੈਲਸ ਹੁੰਦੇ ਨੇ। ਜਦੋਂ ਫਿਰ ਇਹ ਫਲੂਇਡ ਦੀਆਂ ਮੂਵਮੈਂਟਸ ਹੁੰਦੀਆਂ ਨੇ ਉੱਥੋਂ ਇਲੈਕਟ੍ਰੀਕਲ ਪੋਟੈਂਸ਼ੀਅਲਸ ਜਨਰੇਟ ਹੁੰਦੇ ਨੇ ਜੀ। ਉਹਨੂੰ ਸਾਡੀ ਜਿਹੜੀ 8th ਸੁਣਾਈ ਵਾਲੀ ਨਰਵ ਹੈ ਉਹ ਪਿਕ ਕਰਕੇ ਸਾਡੇ ਬ੍ਰੇਨ ਤੱਕ ਲੈ ਜਾਂਦੀ ਹੈ ਤੇ ਸਾਨੂੰ ਸੁਣਾਈ ਦਿੰਦਾ ਤੇ ਅਸੀਂ ਆਪਸ ਵਿੱਚ ਹੀ ਇੰਜੋਏ ਕਰਦੇ ਹਾਂ ਗੱਲਬਾਤ ਜਾਂ ਜੋ ਵੀ ਮਿਊਜ਼ਿਕ ਹੈ ਜੋ ਵੀ ਤੁਹਾਡਾ ਟੌਪਿਕ ਹੈ ਇਸ ਤਰ੍ਹਾਂ ਤੁਹਾਨੂੰ ਸੁਣਾਈ ਦਿੰਦਾ ਹੈ। ਵਾਓ, ਬਹੁਤ ਡਿਟੇਲ 'ਚ ਤੁਸੀਂ ਬਹੁਤ ਨਾਈਸਲੀ ਦੱਸਿਆ ਐਂਡ ਵੈਰੀ ਸਿੰਪਲ ਵੇ ਇਜ਼ ਵੈਲ। ਤੇ ਡਾਕਟਰ ਸਾਹਿਬ ਮੈਂ ਜਾਣਨਾ ਚਾਹਾਂਗੀ ਕਿ ਜਦੋਂ ਡੈਫਨੈਸ ਜਿਹੜੀ ਹੁੰਦੀ ਹੈ ਉਹਦੇ ਕੋਜ਼ਸ ਕਿਸ ਕਾਰਨਾਂ ਕਰਕੇ ਜਿੱਦਾਂ ਡੈਫਨੈਸ ਹੁੰਦੀ ਹੈ? ਡੈਫਨੈਸ ਜੇ ਬਰੋਡਲੀ ਸਪੀਕਿੰਗ ਜਿਹੜੀ ਡੈਫਨੈਸ ਹੈ ਨਾ ਅਸੀਂ ਇਹਨੂੰ 3 ਤਰ੍ਹਾਂ ਦੀ ਡੈਫਨੈਸ ਹੁੰਦੀ ਹੈ ਜੀ। ਪਹਿਲੀ ਤਾਂ ਹੁੰਦੀ ਕੰਡਕਟਿਵ ਡੈਫਨੈਸ ਜੀ। ਦੂਸਰੀ ਹੁੰਦੀ ਹੈ ਸੈਂਸਰੀ ਨਿਊਰਲ ਡੈਫਨੈਸ ਤੇ ਤੀਸਰੀ ਹੁੰਦੀ ਹੈ ਮਿਕਸਡ ਡੈਫਨੈਸ। ਜਿਹੜੀ ਕੰਡਕਟਿਵ ਡੈਫਨੈਸ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਜ਼ੋਨ ਆਫ ਕੰਡਕਸ਼ਨ ਹੈ ਜੀ ਉਹਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਤਾਂ ਸਾਨੂੰ ਕੰਡਕਟਿਵ ਡੈਫਨੈਸ ਹੋਏਗੀ। ਠੀਕ ਹੈ ਜੀ। ਜਿਸ ਤਰ੍ਹਾਂ ਆਪਣੀਆਂ ਏਅਰ ਵੇਵਸ ਆਵਾਜ਼ ਦੀਆਂ ਲਹਿਰਾਂ ਚੱਲੀਆਂ ਹਾਂਜੀ ਤੇ ਉਹ ਸਾਡੇ ਕੰਨ ਦੇ ਪਰਦੇ ਨਾਲ ਟਕਰਾਈਆਂ ਤੇ ਮਿਡਲ ਈਅਰ ਦੇ ਵਿੱਚ ਓਸੀਕਲਸ ਦੇ ਵਿੱਚ ਵਾਈਬ੍ਰੇਸ਼ਨਸ ਹੋਈਆਂ ਤੇ ਇਨਰ ਈਅਰ ਦੇ ਫਲੂਇਡ ਤੱਕ ਪਹੁੰਚੀਆਂ। ਆਊਟਰ ਈਅਰ ਤੇ ਮਿਡਲ ਈਅਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਜੀ ਤਾਂ ਉਹ ਸਾਨੂੰ ਕੰਡਕਟਿਵ ਡੈਫਨੈਸ ਕਰੇਗੀ। ਓਕੇ, ਸੋ ਇਹ ਜਿਹੜਾ ਪਾਰਟ ਪਹਿਲੇ ਵਾਲਾ ਪਾਰਟ ਇੱਥੋਂ ਦੀ? ਹਾਂਜੀ, ਇੱਥੋਂ ਤੱਕ ਕੋਈ ਪ੍ਰੋਬਲਮ ਹੋਏਗੀ ਇੱਥੋਂ ਲੈ ਕੇ ਇੱਥੇ ਤੱਕ। ਓਕੇ। ਤੇ ਇਹ ਤੁਹਾਨੂੰ ਕੰਡਕਟਿਵ ਡੈਫਨੈਸ ਕਰੇਗੀ। ਇਹ ਤੋਂ ਅੱਗੇ ਸੈਂਸਰੀ ਨਿਊਰਲ ਡੈਫਨੈਸ ਹੋਏਗੀ। ਠੀਕ ਹੈ ਜੀ। ਤੇ ਇਹਦੇ ਜਿਹੜੇ ਕਾਰਨ ਨੇ ਉਹ ਮੈਂ ਤੁਹਾਨੂੰ ਬਰੀਫਲੀ ਦੱਸ ਦਿੰਦਾ। ਸਭ ਤੋਂ ਪਹਿਲਾਂ ਜਿਹੜੇ ਸਾਡਾ ਮਿਡਲ ਈਅਰ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੈ ਜੀ ਸਾਡੀ ਸੁਣਾਈ ਦੇ ਵਿੱਚ। ਔਰ ਸਾਡਾ ਜਿਹੜਾ ਮਿਡਲ ਈਅਰ ਹੈ ਨਾ ਉਹ ਹਮੇਸ਼ਾ ਹੀ ਹਵਾ ਦੇ ਨਾਲ ਭਰਿਆ ਹੋਣਾ ਚਾਹੀਦਾ। ਤੇ ਕੁਦਰਤ ਨੇ ਪਰਮਾਤਮਾ ਨੇ ਜਦੋਂ ਵੀ ਸਾਡੀ ਬੋਡੀ ਦਾ ਸਟਰਕਚਰ ਬਣਾਇਆ ਹਾਂਜੀ ਤਾਂ ਉਹਨੇ ਬੜੇ ਧਿਆਨ ਰੱਖਿਆ ਤੇ ਉਹਨੇ ਨੱਕ ਦੇ ਪਿੱਛੋਂ ਇੱਕ ਟਿਊਬ ਲਗਾਈ ਹੈ ਜਿਹੜਾ ਮੈਂ ਪਹਿਲਾਂ ਦੱਸਿਆ ਯੂਸਟੇਚੀਅਨ ਟਿਊਬ। ਇੱਕ ਐਂਡ ਉਹਦਾ ਨੱਕ ਦੇ ਪਿੱਛੇ ਖੁੱਲਦਾ ਹੈ, ਦੂਸਰਾ ਐਂਡ ਉਹਦਾ ਮਿਡਲ ਈਅਰ ਦੇ ਵਿੱਚ ਖੁੱਲਦਾ ਹੈ। ਓਕੇ। ਤੇ ਇੱਥੋਂ ਕੌਨਸਟੈਂਟ ਹਵਾ ਨੱਕ ਦੇ ਪਿੱਛੋਂ ਜਦੋਂ ਅਸੀਂ ਸਾਹ ਲੈਂਦੇ ਹਾਂ ਥੋੜ੍ਹੀ ਜਿਹੀ ਹਵਾ ਕੰਨ ਦੇ ਵਿੱਚ ਆਉਂਦੀ ਰਹਿੰਦੀ ਹੈ। ਵੈਰੀ ਨਿਊ ਥਿੰਗ ਵਿਚ ਆਈ ਲਰਨ ਟੁਡੇ। ਹਾਂਜੀ। ਤੇ ਸਾਡਾ ਜਿਹੜਾ ਮਿਡਲ ਈਅਰ ਹੈ ਉਹ ਹਵਾ ਦੇ ਨਾਲ ਭਰਿਆ ਰਹਿੰਦਾ ਹੈ ਤੇ ਜੇ ਕੰਨ ਮਿਡਲ ਈਅਰ ਦੇ ਵਿੱਚ ਹਵਾ ਹੋਏਗੀ ਤਾਂ ਸਾਊਂਡ ਵੇਵਸ ਟਰਾਂਸਮਿਟ ਹੋ ਜਾਣਗੀਆਂ ਜੀ। ਜੇ ਹਵਾ ਨਹੀਂ ਹੋਏਗੀ, ਫਲੂਇਡ ਆ ਜਾਏ, ਬਲੀਡਿੰਗ ਹੋ ਜਾਏ ਤੇ ਤੁਹਾਨੂੰ ਪਤਾ ਸਾਊਂਡ ਨਹੀਂ ਟਰੈਵਲ ਕਰ ਸਕੇ ਫਲੂਇਡ ਦੇ ਵਿੱਚੋਂ ਦੀ। ਇਹਦਾ ਮੈਂ ਤੁਹਾਨੂੰ ਬੜੇ ਸਿੰਪਲ ਤਰੀਕੇ ਨਾਲ ਸਮਝਾਉਣਾ। ਜਦੋਂ ਵੀ ਅਸੀਂ ਬਾਈ ਏਅਰ ਟਰੈਵਲ ਕਰਦੇ ਹਾਂ ਹਾਂਜੀ ਜਦੋਂ ਪਲੇਨ ਲੈਂਡ ਕਰਦਾ ਤਾਂ ਸਭ ਨੇ ਨੋਟਿਸ ਕਰਦੇ ਕਿ ਸਾਡੇ ਕੰਨ ਇੱਕਦਮ ਡੈਫ ਹੋ ਜਾਂਦੇ ਨੇ। ਸਹੀ ਗੱਲ ਹੈ ਉਹਦਾ ਕਾਰਨ ਇਹ ਹੈ ਜਦੋਂ ਪਲੇਨ ਥੱਲੇ ਆਉਂਦਾ ਤੇ ਐਟਮੋਸਫੀਅਰਿਕ ਪ੍ਰੈਸ਼ਰ ਵੱਧ ਜਾਂਦਾ ਜੀ। ਜਿਹੜਾ ਨੱਕ ਦਾ ਐਂਡ ਹੈ ਨਾ ਸਾਡੀ ਟਿਊਬ ਦਾ ਯੂਸਟੇਚੀਅਨ ਟਿਊਬ ਦਾ ਉਹ ਬੰਦ ਹੋ ਜਾਂਦਾ। ਓਕੇ। ਤੇ ਸਾਨੂੰ ਸੁਣਦਾ ਨਹੀਂ। ਕਈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਕੰਨ ਦੇ ਵਿੱਚ ਦਰਦ ਵੀ ਹੁੰਦੀ ਹੈ, ਕਈਆਂ ਦੀ ਬਲੀਡਿੰਗ ਹੋ ਜਾਂਦੀ ਹੈ ਤੇ ਪਰਫੋਰੇਸ਼ਨ ਵੀ ਹੋ ਜਾਂਦੀ ਹੈ। ਓਕੇ। ਰੇਅਰ ਹੈ ਬਟ ਹੋ ਜਾਂਦੀ ਹੈ। ਫਿਰ ਤੁਸੀਂ ਨੋਟ ਕਰੋਗੇ ਤੇ ਤੁਹਾਨੂੰ ਥੋੜੀ ਦੇਰ ਬਾਅਦ ਯੂ ਵਿਲ ਯੌਨ, ਆਵਾਜ਼ ਆਏਗੀ ਤੇ ਇੱਕਦਮ ਤੁਹਾਨੂੰ ਸੁਣਨਾ ਸ਼ੁਰੂ ਹੋ ਜਾਏਗਾ। ਉਹਦਾ ਇਹ ਹੁੰਦਾ ਕਿ ਜਦੋਂ ਤੁਹਾਨੂੰ ਆਵਾਜ਼ ਆਉਂਦੀ ਹੈ ਤੇ ਤੁਹਾਡੇ ਥਰੋਟ ਦੇ ਮਸਲ ਯੂਸਟੇਚੀਅਨ ਟਿਊਬ ਨੂੰ ਖੋਲ ਦਿੰਦੇ ਨੇ ਤੇ ਇੱਕਦਮ ਏਅਰ ਨੱਕ ਦੇ ਪਿੱਛੋਂ ਤੁਹਾਡੇ ਮਿਡਲ ਈਅਰ ਦੇ ਵਿੱਚ ਜਾਂਦੀ ਹੈ ਤੇ ਤੁਹਾਨੂੰ ਸੁਣਦਾ ਹੈ। ਵਧੀਆ ਤਰੀਕਾ, ਨੈਚੁਰਲ ਵੇ ਤੁਹਾਡੀ ਬਾਡੀ ਨੂੰ। ਹਾਂਜੀ। ਤੇ ਜਿਹੜੇ ਇਹਦੇ ਕਾਰਨ ਨੇ ਕੰਡਕਟਿਵ ਡੈਫਨੈਸ ਦੇ, ਹਾਂਜੀ, ਜਿਸ ਤਰ੍ਹਾਂ ਤੁਸੀਂ ਹੁਣ ਆਪੇ ਦੇਖੋ, ਇਹ ਪਿਕਚਰ ਦੇਖੋ ਤੁਹਾਨੂੰ ਬੜੀ ਜਲਦੀ ਸਮਝ ਲੱਗ ਜਾਏਗਾ ਕਿ ਜਿਹੜੀ ਈਅਰ ਕਨਾਲ ਹੈ ਹਾਂਜੀ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ, ਬਲੋਕੇਜ ਹੋ ਜਾਏ ਹਾਂਜੀ ਤਾਂ ਸਾਊਂਡ ਟਰਾਂਸਮਿਟ ਨਹੀਂ ਕਰੇਗੀ ਨਾ। ਹਾਂਜੀ। ਜਿਵੇਂ ਕਿ ਇਹਦੇ ਵਿੱਚ ਵਾਕਸ ਹੋ ਜਾਏ, ਜਿਵੇਂ ਮੈਲ ਜਿਹਨੂੰ ਅਸੀਂ ਕਹਿੰਦੇ ਹਾਂ, ਹਾਂਜੀ, ਇਹਦੇ ਵਿੱਚ ਇਨਫੈਕਸ਼ਨ ਕਰਕੇ ਸਵੈਲਿੰਗ ਹੋ ਜਾਏ
ਜਾਂ ਕੋਈ ਫੋਰਨ ਬੋਡੀ ਹੋਵੇ ਜੀ ਤੇ ਇਹਦੇ ਵਿੱਚ ਇੱਥੇ ਬਲੋਕੇਜ ਆ ਜਾਏਗੀ ਤੇ ਸਾਊਂਡ ਟਰਾਂਸਮਿਟ ਨਹੀਂ ਹੋਏਗੀ ਤੇ ਓਬਵੀਅਸਲੀ ਹੀਅਰਿੰਗ ਲਾਸ ਹੋਏਗਾ। ਓਕੇ, ਸੋ ਜਿਹੜਾ ਇਹ ਪਹਿਲਾ ਪਾਰਟ ਹੈ ਇਹਦੇ ਦੇ ਵਿੱਚ। ਹਾਂਜੀ ਹਾਂਜੀ ਠੀਕ ਹੈ ਜੀ। ਇਹ ਤੋਂ ਅੱਗੇ ਫਿਰ ਤੁਸੀਂ ਦੇਖੋ ਬਲਵੀਰ ਜੀ, ਕੰਨ ਦਾ ਪਰਦਾ ਆ ਜਾਂਦਾ ਹੈ ਨਾ। ਹਾਂਜੀ। ਫਿਰ ਇਹ ਕੰਨ ਦੇ ਪਰਦੇ ਦੇ ਵਿੱਚ ਪ੍ਰੋਬਲਮ ਹੋਵੇ ਫਿਰ ਸਾਨੂੰ ਹੀਅਰਿੰਗ ਲਾਸ ਹੋਏਗਾ ਜੀ, ਕਿਉਂਕਿ ਕੰਨ ਦੇ ਪਰਦੇ ਦੇ ਵਿੱਚ ਸ਼ੇਵ ਹੋ ਜਾਏ, ਜਿਹਨੂੰ ਅਸੀਂ ਪਰਫੋਰੇਸ਼ਨ ਕਹਿੰਦੇ ਹਾਂ ਜੀ। ਕੰਨ ਦਾ ਪਰਦਾ ਫਟ ਜਾਏ, ਜਿਵੇਂ ਪੰਜਾਬੀ ਦੇ ਵਿੱਚ ਕਹਿੰਦਾ ਕੰਨ ਦਾ ਪਰਦਾ ਫਟ ਗਿਆ। ਜੀ ਜੀ। ਤੇ ਉਹ ਕੰਨ ਦਾ ਪਰਦਾ ਫਟਿਆ ਹੋਵੇ ਫਿਰ ਵੀ ਸਾਊਂਡ ਟਰਾਂਸਮਿਟ ਨਹੀਂ ਹੋਏਗੀ ਤੇ ਉਹਦੇ ਕਰਕੇ ਸਾਨੂੰ ਹੀਅਰਿੰਗ ਲਾਸ ਹੋਏਗਾ ਜੀ। ਉਹ ਤੋਂ ਅੱਗੇ ਸਾਡਾ ਮਿਡਲ ਈਅਰ ਹੈ ਜੀ। ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਯੂਸਟੇਚਿਨ ਟਿਊਬ ਦਾ ਫੰਕਸ਼ਨ। ਜੇ ਤੁਹਾਡੀ ਯੂਸਟੇਚਿਨ ਟਿਊਬ ਫੰਕਸ਼ਨ ਨਹੀਂ ਕਰ ਰਹੀ, ਹਾਂਜੀ, ਜਿਵੇਂ ਕਿ ਬੱਚਿਆਂ ਦੇ ਵਿੱਚ ਨੱਕ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਜਾਂ ਐਡੀਨੋਇਡਸ ਹੋਣ ਕਰਕੇ ਜਾਂ ਅਲਰਜੀ ਹੋਣ ਕਰਕੇ ਉਹ ਟਿਊਬ ਬੜੇ ਲੰਬੇ ਟਾਈਮ ਲਈ ਬੰਦ ਹੋ ਜਾਂਦੀ ਹੈ ਤੇ ਬੱਚਿਆਂ ਦੇ ਕੰਨਾਂ ਵਿੱਚ ਫਲੂਇਡ ਆ ਜਾਂਦਾ ਜੀ, ਜਿਹਨੂੰ ਅਸੀਂ ਗਲੂ ਈਅਰ ਕਹਿੰਦੇ ਹਾਂ। ਹਾਂਜੀ। ਜਾਂ ਵੱਡਿਆਂ ਦੇ ਵੀ ਹੋ ਜਾਂਦਾ ਹੈ ਜੀ। ਤੇ ਉਸ ਤੋਂ ਅੱਗੇ ਜਿਹੜੀਆਂ 3 ਬੋਨਸ ਮੈਂ ਤੁਹਾਨੂੰ ਦੱਸੀਆਂ ਇਹਨਾਂ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਜੀ, ਕਿਉਂਕਿ ਫਿਕਸ ਹੋ ਜਾਣ ਬੋਨਸ, ਜਿਵੇਂ ਆਰਥਰਾਈਟਿਸ ਹੋ ਗਿਆ, ਕਿਸੇ ਵੀ ਜੁਆਇੰਟ ਦਾ ਆਰਥਰਾਈਟਿਸ ਹੋ ਜਾਏ, ਇਹਨਾਂ ਵਿੱਚ ਵੀ ਆਰਥਰਾਈਟਿਸ ਹੋ ਜਾਂਦਾ। ਸੋ ਕੰਨਾਂ 'ਚ ਵੀ ਆਰਥਰਾਈਟਿਸ ਹੋ ਸਕਦਾ ਹੈ ਜੀ। ਤੇ ਜਾਂ ਡਿਸਕੰਟੀਨਿਊਟੀ ਹੋ ਜਾਏ ਬੋਨਸ ਦੇ ਵਿੱਚ, ਕਿਤੇ ਜੁਆਇੰਟਸ ਦੇ ਵਿੱਚ ਡਿਸਕੰਟੀਨਿਊਟੀ ਹੋ ਜਾਏ। ਹਾਂਜੀ। ਤੇ ਉਹ ਤੋਂ ਅੱਗੇ ਫੁੱਟ ਪਲੇਟ ਐਸਟੀਪੀ ਦੀ ਜਿਹੜੀ ਜੀ ਇੱਕ ਕੰਡੀਸ਼ਨ ਹੁੰਦੀ ਓਟੋਸਕਲੇਰੋਸਿਸ ਜੀ, ਉਹ ਤੇ ਨਿਊ ਬੋਨ ਫਾਰਮੇਸ਼ਨ ਹੋ ਜਾਂਦੀ ਹੈ ਤੇ ਉਹ ਫੁੱਟ ਪਲੇਟ ਵਾਈਬ੍ਰੇਟ ਨਹੀਂ ਕਰਦੀ। ਠੀਕ ਹੈ ਜੀ। ਤੇ ਸਾਡੇ ਡੈਫਨੈਸ, ਕੰਡਕਟਿਵ ਡੈਫਨੈਸ ਹੋ ਜਾਂਦੀ ਹੈ। ਫਿਰ ਅਸੀਂ ਆਨੇ ਆ ਇਸ ਤੋਂ ਅੱਗੇ ਦੂਸਰੀ ਜਿਹੜੀ ਸੈਂਸੀਨਿਊਰਲ ਡੈਫਨੈਸ ਹੈ ਜੀ। ਸੈਂਸੀਨਿਊਰਲ ਡੈਫਨੈਸ ਹੈ ਜਿੱਦਾਂ ਕਿ ਨਾਮ ਤੋਂ ਹੀ ਪਤਾ ਚੱਲਦਾ, ਸੈਂਸਰੀ ਤੇ ਨਿਊਰਲ। ਸੈਂਸਰੀ ਮੀਨਸ ਪ੍ਰੋਬਲਮ ਇਨ ਦਾ ਸੈਂਸਰੀ ਆਰਗਨ ਆਫ ਹੀਅਰਿੰਗ। ਹਾਂਜੀ। ਨਿਊਰਲ ਮੀਨਸ ਨਰਵ, ਨਸ, ਜਿਹੜੀਆਂ ਨਸਾਂ ਮੈਸੇਜ ਟਰਾਂਸਮਿਟ ਕਰਦੀਆਂ ਬ੍ਰੇਨ ਨੂੰ, ਉਹਨਾਂ ਦੇ ਵਿੱਚ ਪ੍ਰੋਬਲਮ ਆ ਜਾਏ ਜੀ। ਇਹਦਾ ਸਭ ਤੋਂ ਕਾਮਨ ਕਾਜ਼ ਸੈਂਸੀਨਿਊਰਲ ਡੈਫਨੈਸ ਦਾ 올ਡ ਏਜ। ਜਦੋਂ ਅਸੀਂ 60 ਸਾਲ ਦੇ ਨੇੜੇ ਹੁੰਦੇ ਆ ਨਾ ਜੀ ਜੀ, ਤੇ ਜਿਹੜੇ ਹੇਅਰ ਸੈਲਸ ਨੇ ਬਿਕੋਜ਼ ਆਫ ਏਜ ਉਹ ਸੋ ਏਜ ਰਿਲੇਟਡ ਹੋ ਜਾਂਦਾ। ਰਿਲੇਟਡ ਅਕਸਰ ਤੁਸੀਂ ਦੇਖਿਆ ਹੋਗਾ ਘਰਾਂ ਦੇ ਵਿੱਚ ਜਿਹੜੇ ਗ੍ਰੈਂਡ ਪੇਰੈਂਟਸ ਨੇ, ਅਸੀਂ ਜਿਹੜੇ ਬੱਚੇ ਨੇ ਉਹਨਾਂ ਨੂੰ ਕਹਿੰਦੇ ਨੇ ਬਾਪੂ ਜੀ ਤੁਹਾਨੂੰ ਹੁਣ ਹੀਅਰਿੰਗ ਲਾਸ ਹੋ ਗਿਆ, ਤੁਸੀਂ ਅਕਸਰ ਦੇਖੋਗੇ। ਹਾਂਜੀ, ਆ ਉਹ ਉੱਚੀ ਬੋਲ ਰਹੇ ਹੁੰਦੇ ਆ ਬੱਚੇ, ਬੋਲਦੇ ਨੇ, ਟੈਲੀਵਿਜ਼ਨ ਉੱਚੀ ਲਗਾਉਣਗੇ ਜਾਂ ਟੈਲੀਵਿਜ਼ਨ ਦੇ ਬਹੁਤ ਨੇੜੇ ਬੈਠਣਗੇ। ਹਾਂਜੀ। ਤੇ ਅਕਸਰ ਘਰ ਦੇ ਫੈਮਿਲੀ ਮੈਂਬਰ ਹੈ ਜਿਹੜੇ ਉਹਨਾਂ ਨੂੰ ਕਹਿਣ ਲੱਗ ਜਾਂਦੇ ਨੇ ਕਿ ਆਪਣੇ ਕੰਨਾਂ ਦੀ ਸੁਣਵਾਈ ਚੈੱਕ ਕਰਾਓ। ਹਾਂਜੀ, ਸਹੀ ਗੱਲ ਹੈ ਤੁਹਾਡੀ। ਤੇ ਦੂਸਰਾ ਇਹਦਾ ਮੇਨ ਕਾਰਨ ਹੈਗਾ ਨੋਇਸ ਇੰਡਿਊਸਡ ਡੈਫਨੈਸ। ਓਕੇ। ਜੇ ਕੋਈ ਇਹੋ ਜਿਹੇ ਐਟਮੋਸਫੀਅਰ ਦੇ ਵਿੱਚ ਜਾਂ ਫੈਕਟਰੀ ਵਿੱਚ ਕੰਮ ਕਰ ਰਿਹਾ ਜਿੱਥੇ ਬਹੁਤ ਜ਼ਿਆਦਾ ਸਾਊਂਡ ਹੈ ਜੀ, ਸਮੇਂ ਦੇ ਨਾਲ ਵਿਦ ਦਾ ਪੈਸੇਜ ਆਫ ਟਾਈਮ ਹੇਅਰ ਸੈਲ ਡੈਮੇਜ ਹੋ ਜਾਂਦੇ ਨੇ ਤੇ ਡੈਫਨੈਸ ਹੋ ਜਾਂਦੀ ਹੈ। ਇਸੇ ਕਰਕੇ ਜਿਹੜੀ ਗਵਰਨਮੈਂਟ ਦੀ ਰੈਗੂਲੇਸ਼ਨਸ ਹੈ ਕਿ ਜਿਹੜੇ ਫੈਕਟਰੀ ਓਨਰ ਹੈ ਹਾਂਜੀ, ਉਹਨਾਂ ਨੂੰ ਸਾਊਂਡ ਲੈਵਲ ਮੇਨਟੇਨ ਕਰਨਾ ਪੈਂਦਾ 80 dB ਜੀ, ਤੇ 8 ਘੰਟੇ ਦੀ ਸ਼ਿਫਟ ਵਾਸਤੇ 80 dB ਸਾਊਂਡ ਲੈਵਲ ਉਹਨਾਂ ਨੂੰ ਮੇਨਟੇਨ ਕਰਨਾ ਪੈਂਦਾ। ਜੇ ਕੋਈ ਸਾਊਂਡ ਲੈਵਲ ਜ਼ਿਆਦਾ ਹੈ ਤੇ ਸ਼ਿਫਟ ਲੰਬੀ ਕਰ ਰਹੇ ਹੋ ਤਾਂ ਹੀਅਰਿੰਗ ਡੈਮੇਜ ਹੋਣ ਦੇ ਬੜੇ ਚਾਂਸ ਨੇ, ਹੋ ਜਾਂਦੀ ਹੈ। ਹਾਂਜੀ। ਤੀਸਰਾ ਹੈ ਡਰਗ ਇੰਡਿਊਸਡ। ਬਹੁਤ ਸਾਰੇ ਐਂਟੀਬਾਇਓਟਿਕਸ ਜਿਵੇਂ ਕਿ ਐਮਾਈਨੋਗਲਾਈਕੋਸਾਈਡਸ ਕਹਿੰਦੇ ਹਾਂ ਅਸੀਂ ਉਹਨਾਂ ਨੂੰ, ਸਟ੍ਰੈਪਟੋਮਾਈਸਿਨ, ਜੈਂਟਾਮਾਈਸਿਨ, ਇਹ ਇਨਰ ਈਅਰ ਦਾ ਡੈਮੇਜ ਕਰ ਦਿੰਦੇ ਨੇ। ਓਕੇ। ਇਹ ਪਹਿਲੇ ਡਰੱਗਸ ਕਾਫੀ ਯੂਜ਼ ਹੁੰਦੀਆਂ ਸੀ, ਹੁਣ ਵੀ ਹੁੰਦੀਆਂ, ਜੈਂਟਾਮਾਈਸਿਨ ਤੇ ਹੁਣ ਵੀ ਹੁੰਦੀ ਹੈ। ਸਟ੍ਰੈਪਟੋਮਾਈਸਿਨ ਪਹਿਲੇ ਟਾਈਮ ਦੇ ਵਿੱਚ ਜਿਹੜੀ ਟੀਬੀ ਹੋ ਜਾਂਦੀ ਸੀ ਨਾ, ਕਾਫੀ ਦਿੱਤੀ ਜਾਂਦੀ ਸੀ। ਬਾਕੀ ਕਈ ਡਾਇਯੂਰੇਟਿਕਸ ਹੈਗੇ ਨੇ, ਨਾਨ ਸਟੀਰੋਇਡਲ ਐਂਟੀ ਇਨਫਲੇਮੇਟਰੀ ਡਰੱਗਸ ਨੇ, ਕੀਮੋਥੈਰੇਪੀ, ਇਹ ਸਾਰੀਆਂ ਇਨਰ ਈਅਰ ਦਾ ਡੈਮੇਜ ਕਰ ਦਿੰਦੀਆਂ ਨੇ ਤੇ ਇਹਦੇ ਕਰਕੇ ਵੀ ਡੈਫਨੈਸ ਹੋ ਜਾਂਦੀ ਹੈ। ਚੌਥਾ ਇਹਦਾ ਕਾਰਨ ਹੈ ਆਟੋਇਮਿਊਨ ਡਿਸਆਰਡਰ। ਅੱਗੇ ਇਹਦਾ ਕਾਜ਼ ਆਉਂਦਾ ਹੈ ਕੋਈ ਵਾਇਰਲ ਇਨਫੈਕਸ਼ਨ ਹੋ ਜਾਏ, ਹਾਂਜੀ, ਜਿਵੇਂ ਚਿਕਨ ਪੌਕਸ, ਮੀਜ਼ਲਸ, ਮਨਜਾਈਟਿਸ, ਸਾਈਟੋਮੈਗਾਲੋਵਾਇਰਸ, ਮਮਸ,
ਇਹਨਾਂ ਕਰਕੇ ਵੀ ਹੋ ਜਾਂਦਾ ਹੈ। ਅਤੇ ਬਾਕੀ ਮੈਟਾਬੋਲਿਕ ਡਿਸਆਰਡਰ ਜਿਨ੍ਹਾਂ ਵਿੱਚ ਡਾਇਬਟੀਜ਼, ਥਾਇਰੋਇਡ ਪ੍ਰੋਬਲਮਸ, ਸਿਕਲ ਸੈੱਲ ਅਨੀਮੀਆ, ਇਹਨਾਂ ਕਾਰਨਾਂ ਕਰਕੇ ਵੀ ਸੈਂਸੋਰੀਅਲ ਡੈਫਨੈਸ ਹੋ ਜਾਂਦੀ ਹੈ। ਓਕੇ ਸਰ। ਅਤੇ ਤੀਸਰੀ ਅਸੀਂ ਹੈਗੀ ਹੈ ਮਿਕਸ ਡੈਫਨੈਸ, ਜਿਹਨਾਂ ਵਿੱਚ ਦੋਵੇਂ ਹੁੰਦੀਆਂ ਨੇ, ਓਕੇ, ਕੰਡਕਟਿਵ ਵੀ ਅਤੇ ਸੈਂਸੋਰੀਅਲ ਵੀ। ਜੀ। ਜਿਸ ਤਰ੍ਹਾਂ ਕਿਸੇ ਨੂੰ ਈਅਰ ਇਨਫੈਕਸ਼ਨ ਹੋਈ, ਉਹਨੇ ਮਿਡਲ ਈਅਰ ਡੈਮੇਜ ਕਰਤਾ, ਨਾਲ ਦੀ ਨਾਲ ਇਨਰ ਈਅਰ ਵੀ ਡੈਮੇਜ ਕਰ ਦਿੱਤਾ। ਓਕੇ, ਉਹ ਮਿਕਸ ਡੈਫਨੈਸ ਹੁੰਦੀ ਹੈ। ਓਕੇ, ਸੋ 3 ਤਰ੍ਹਾਂ ਦੇ, ਬਟ ਲਾਸਟ ਵਨ ਇਜ਼ ਮਿਕਸ, ਦੋਵਾਂ ਦੇ ਨਾਲ ਹੋ ਜਾਂਦੀ ਹੈਗੀ ਹੈ। ਸੋ ਇਟਸ ਅ ਬਿਲਕੁਲ। ਅਤੇ ਬਾਕੀ ਜਿਹੜੀ ਹੈ ਇਹਦੀ ਡੈਫਨੈਸ ਦੀ ਡਿਗਰੀਜ਼ ਆਫ ਡੈਫਨੈਸ ਨੇ। ਜੀ। ਮਾਈਲਡ ਡੈਫਨੈਸ, ਜੀ, ਮੋਡਰੇਟ ਡੈਫਨੈਸ, ਸੀਵੀਅਰ ਅਤੇ ਪ੍ਰੋਫਾਊਂਡ। ਜੀ। ਇਹ ਥੋੜ੍ਹੀ ਜਿਹੀ ਟੈਕਨੀਕਲ ਟਰਮ ਹੈ। ਇਹ ਸਾਨੂੰ ਪਤਾ ਲੱਗਦਾ ਜਦੋਂ ਅਸੀਂ ਹੀਅਰਿੰਗ ਟੈਸਟ ਕਰਦੇ ਹਾਂ ਕਿ ਉਹਦਾ ਹੀਅਰਿੰਗ ਲੋਸ ਕਿੰਨਾ ਆ, ਜੀ, ਅਤੇ ਉਹਨੂੰ ਕਿਸ ਤਰ੍ਹਾਂ ਟਰੀਟ ਕਰਨਾ, ਕਿਹੋ ਜਿਹਾ ਉਹਨੂੰ ਹੀਅਰਿੰਗ ਏਡ ਦੇਣਾ, ਕਿ ਅਕੋਰਡਿੰਗ ਟੂ ਹੀਅਰਿੰਗ ਲੋਸ ਜੇ ਤੁਸੀਂ ਹੀਅਰਿੰਗ ਏਡ ਦਿਓਗੇ ਜਾਂ ਪੇਸ਼ੈਂਟ ਦੀ ਟਰੀਟਮੈਂਟ ਕਰੋਗੇ। ਸੋ ਇਟਸ ਬਹੁਤ ਅਲੱਗ-ਅਲੱਗ ਤਰੀਕੇ ਦੇ ਟਰੀਟਮੈਂਟ ਹੈਗੇ ਹੈ, ਕਿਉਂਕਿ ਹਰੇਕ ਜਿਹੜਾ ਕੋਜ਼ਿਸ ਹੈ ਉਹ ਵੀ ਡਿਫਰੈਂਟ ਹੈਗਾ, ਅਤੇ ਉਹਦੇ ਹਿਸਾਬ ਦੇ ਨਾਲ ਹੀ ਤੁਸੀਂ ਫਿਰ ਟਰੀਟ ਕਰਦੇ ਹੋ। ਹਾਂਜੀ। ਜਦੋਂ ਫਿਰ ਤੁਸੀਂ ਅੱਗੇ ਆਏਗੀ ਕਿ ਅਸੀਂ ਇਹਨੂੰ ਡਾਇਗਨੋਸ ਕਿਸ ਤਰ੍ਹਾਂ ਕਰਨਾ। ਜੀ। ਠੀਕ ਹੈ ਜੀ। ਡਾਇਗਨੋਸ ਤੇ ਜਿਹੜਾ ਵੀ ਤੁਸੀਂ ਡਾਇਗਨੋਸ ਕਰਨਾ, ਸਿੰਪਲ ਪ੍ਰਿੰਸੀਪਲ ਹੈ ਮੈਡੀਸਨ ਦੇ ਵਿੱਚ। ਹਿਸਟਰੀ ਲੈਣਾ, ਜੀ, ਪੇਸ਼ੈਂਟ ਨੂੰ ਐਗਜ਼ਾਮਿਨ ਕਰਨਾ, ਪੇਸ਼ੈਂਟ ਦੇ ਟੈਸਟ ਕਰਵਾਉਣੇ, ਅਤੇ ਫਿਰ ਟਰੀਟਮੈਂਟ ਕਰਨਾ। ਸਾਡੇ ਕੋਲ ਪੇਸ਼ੈਂਟ ਜਦੋਂ ਆਉਂਦਾ ਤਾਂ ਓਬਵੀਅਸਲੀ ਉਹ ਕਹੇਗਾ ਮੈਨੂੰ ਸੁਣਦਾ ਨਹੀਂ, ਹਾਂਜੀ, ਜਾਂ ਮੇਰੀ ਸੁਣਾਈ ਘੱਟ ਹੈ। ਬੱਚਾ ਹੈ ਤਾਂ ਉਹਦੇ ਪੇਰੈਂਟਸ ਕਹਿਣਗੇ ਕਿ ਸਾਡਾ ਬੱਚਾ ਟੀਵੀ ਦੇ ਬਹੁਤ ਨੇੜੇ ਬਹਿੰਦਾ, ਹਾਂਜੀ, ਟੀਵੀ ਬਹੁਤ ਉੱਚੀ ਲਗਾਉਂਦਾ, ਜਾਂ ਬਜ਼ੁਰਗਾਂ ਦੀ ਵੀ ਇਸ ਤਰ੍ਹਾਂ ਹੀ ਦੱਸਣਗੇ ਘਰ ਵਾਲੇ ਕਿ ਇਹ ਬਹੁਤ ਉੱਚੀ ਬੋਲਣ ਲੱਗ ਗਏ ਨੇ। ਸੋ ਇਹ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਵੀ ਡੈਫਨੈਸ ਹੈਗੀ ਆ ਜਾਂ ਹੈਰਿੰਗ ਲੂਜ਼ ਹੈਗਾ। ਹਾਂਜੀ, ਹਾਂਜੀ, ਇਹ ਨਿਸ਼ਾਨੀਆਂ ਨੇ ਜੀ। ਅਤੇ ਉਹ ਤੋਂ ਇਲਾਵਾ ਤੁਸੀਂ ਉਹਨਾਂ ਨੂੰ ਪੁੱਛੋਗੇ ਕੋਈ ਹੋਰ ਕਾਰਨ, ਐਜ਼ ਏ ਮੈਡੀਕਲ ਪਰਸਨ ਤੁਹਾਨੂੰ ਰੂਲ ਆਊਟ ਕਰਨੇ ਪੈਣਗੇ। ਪੁੱਛੋਗੇ ਕੋਈ ਕੰਨ ਦੇ ਵਿੱਚ ਇਨਫੈਕਸ਼ਨ ਤਾਂ ਨਹੀਂ ਹੋਈ ਤੁਹਾਨੂੰ, ਉਹ ਕੰਨ ਦੇ ਵਿੱਚ ਦਰਦ ਤਾਂ ਨਹੀਂ ਹੋਇਆ, ਕੋਈ ਚੋਟ ਲੱਗੀ ਹੋਵੇ, ਉਹ ਪਹਿਲਾਂ ਹੀ ਆਪਰੇਸ਼ਨ ਹੋਇਆ ਹੋਵੇ, ਜਾਂ ਕੋਈ ਡਰੱਗਸ ਮੈਡੀਸਿਨ ਵਗੈਰਾ ਲੈ ਰਹੇ ਹੋ, ਜੀ, ਕੋਈ ਵਾਇਰਲ ਇਨਫੈਕਸ਼ਨ ਹੋਈ ਹੋਵੇ, ਅਤੇ ਕੋਈ ਡਾਇਬਟੀਜ਼ ਜਾਂ ਸਿਕਲ ਸੈੱਲ ਅਨੀਮੀਆ, ਇਸ ਤਰ੍ਹਾਂ ਪਹਿਲਾਂ ਦੱਸਿਆ, ਜਾਂ ਥਾਇਰੋਇਡ ਪ੍ਰੋਬਲਮ। ਇਹ ਸਾਰਾ ਤੁਹਾਨੂੰ ਹਿਸਟਰੀ ਦੇ ਵਿੱਚ ਪੁੱਛਣਾ ਪਏਗਾ, ਅਤੇ ਬਹੁਤ ਇੰਪੋਰਟੈਂਟ ਹਿਸਟਰੀ ਹੈ। ਤੁਹਾਨੂੰ ਨੱਕ ਦੀ ਹਿਸਟਰੀ ਵੀ ਲੈਣੀ ਪਏਗੀ ਕਿ ਤੁਹਾਡਾ ਨੱਕ ਤਾਂ ਨਹੀਂ ਬੰਦ ਰਹਿੰਦਾ, ਅਲਰਜੀ ਤਾਂ ਨਹੀਂ ਹੈ, ਜਾਂ ਨੱਕ ਦੇ ਵਿੱਚ ਜਿਹੜਾ ਸੈਪਟਮ ਹੈ ਉਹ ਤੁਹਾਨੂੰ ਦੇਖ ਕੇ ਐਗਜ਼ਾਮਿਨ ਕਰਕੇ ਪਤਾ ਲੱਗਿਆ ਕਿ ਨੱਕ ਬਲੌਕ ਹੈ। ਉਹਦਾ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਾਰਨ ਦੱਸਿਆ ਯੂਸਟੇਚਿਨ ਟਿਊਬ ਦਾ, ਹਾਂਜੀ, ਜੇ ਤੁਹਾਡਾ ਨੱਕ ਬੰਦ ਹੈ ਤਾਂ ਤੁਹਾਡੀ ਯੂਸਟੇਚਿਨ ਟਿਊਬ ਕੰਮ ਨਹੀਂ ਕਰੇਗੀ। ਜੀ, ਜੀ। ਯੂਸਟੇਚਿਨ ਟਿਊਬ ਕੰਮ ਨਹੀਂ ਕਰੇਗੀ ਤਾਂ ਤੁਹਾਡਾ ਮਿਡਲ ਈਅਰ ਇਫੈਕਟ ਹੋਏਗਾ। ਓਕੇ, ਸੋ ਡਾਕਟਰ ਸਾਹਿਬ ਕੀ ਇਹਦਾ ਥਰੋਟ ਨਾਲ ਵੀ ਕਨੈਕਸ਼ਨ ਹੁੰਦਾ ਹੈ? ਜੀ, ਥਰੋਟ ਨਾਲ ਵੀ, ਖਾਸ ਕਰਕੇ ਬੱਚਿਆਂ ਦੇ ਵਿੱਚ। ਜੀ। ਬੱਚਿਆਂ ਨੂੰ ਜਿਹੜਾ ਟੌਨਸਲਾਈਟਸ, ਥਰੋਟ ਇਨਫੈਕਸ਼ਨਸ, ਐਡੀਨੋਇਡਸ, ਨੇਜ਼ਲ ਬਲੋਕੇਜ, ਇਹਨਾਂ ਕਾਰਨਾਂ ਕਰਕੇ ਬਹੁਤ ਹੁੰਦੀ ਹੈ, ਅਤੇ ਇਸ ਕਰਕੇ ਉਹਨਾਂ ਨੂੰ ਹੀਅਰਿੰਗ ਲੋਸ ਦੀ ਪ੍ਰੋਬਲਮ ਕਾਫੀ ਹੁੰਦੀ ਹੈ। ਓਕੇ, ਸੋ ਕਾਫੀ ਜਿਹੜੇ ਹੈਗੇ ਆ ਤੁਸੀਂ ਸਾਨੂੰ ਸਿੰਪਟਮਸ, ਨਿਸ਼ਾਨੀਆਂ ਦੱਸੀਆਂ ਵੀ ਜੇਕਰ ਕਿਸੇ ਨੂੰ ਡੈਫਨੈਸ ਜਾਂ ਹੀਅਰਿੰਗ ਲੂਜ਼ ਹੈ ਤਾਂ ਕਾਫੀ ਇਹ ਚੀਜ਼ਾਂ ਉਹਨਾਂ ਦੇ ਵਿੱਚ ਆ ਸਕਦੀਆਂ ਹੈਗੀਆਂ। ਬਿਕੋਜ਼ ਕਈ ਵਾਰੀ ਹੁੰਦਾ ਕਿ ਸਪੈਸ਼ਲੀ ਓਲਡ ਏਜ, ਆਈ ਵਿਲ ਸੇ, ਕਿ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਗ੍ਰੈਂਡ ਪੇਰੈਂਟਸ ਕਿਉਂ ਉੱਚੀ ਟੀਵੀ ਲਾਉਂਦੇ ਆ, ਸਾਨੂੰ ਤਾਂ ਥੋੜ੍ਹੀ ਜਿਹੀ ਆਵਾਜ਼ 'ਚ ਸੁਣਦਾ, ਜਾਂ ਫਿਰ ਉਹ ਉੱਚੀ ਆਵਾਜ਼ 'ਚ ਬੋਲਦੇ ਵੀ ਹੈਗੇ ਆ। ਹਾਂਜੀ, ਉਹ ਉਹਨਾਂ ਨੂੰ, ਕਿਉਂਕਿ ਹੁੰਦਾ ਕੀ ਹੈ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਨਾ, ਸਾਨੂੰ ਆਪਣੀ ਆਵਾਜ਼ ਆਪ ਹੀ ਸੁਣਦੀ ਹੈ। ਜੀ। ਅਤੇ ਜਿਹਨੂੰ ਡੈਫਨੈਸ ਹੈ ਨਾ, ਉਹਨੂੰ ਆਪਣੀ ਆਵਾਜ਼ ਨਹੀਂ ਸੁਣਦੀ, ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਖੈਰ ਦੂਸਰੀ ਵੀ ਮੇਰੀ ਆਵਾਜ਼ ਨਹੀਂ ਸੁਣਦੀ ਨਾ।
हाँ जी ਤੇ ਇਸ ਕਰਕੇ ਉਹ ਅਕਸਰ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ ਨੇ। ਹਾਂ ਕਈ ਵਾਰੀ ਕਹਿੰਦੇ ਤੁਸੀਂ ਇੰਡੀਆ ਫੋਨ ਕਰ ਰਹੇ ਹੋ ਜਿਹੜੇ ਇੰਨੀ ਉੱਚੀ ਬੋਲ ਰਹੇ ਹੋ ਸਮ ਟਾਈਮ, ਬਟ ਇਹ ਹੁੰਦਾ ਕਿ ਉਹਨਾਂ ਨੂੰ ਆਪਣੀ ਆਵਾਜ਼ ਨਾ ਆਪਣੀ ਆਵਾਜ਼ ਖੁਦ ਨਹੀਂ ਸੁਣਦੀ। ਤਾਂ ਹੁਣ ਅਸੀਂ ਆਪਸ ਵਿੱਚ ਗੱਲਬਾਤ ਕਰ ਰਹੇ ਹਾਂ ਜੀ, ਸਾਨੂੰ ਆਪਣੀ ਆਵਾਜ਼ ਆਪ ਵੀ ਸੁਣਦੀ ਪਈ। ਹਾਂਜੀ ਜੇ ਮੈਨੂੰ ਆਪਣੀ ਆਵਾਜ਼ ਆਪਨੇ ਸੁਣੇ, ਮੈਨੂੰ ਇਹ ਲੱਗਣਾ ਕਿ ਖਰੇ ਮੇਰੀ ਆਵਾਜ਼ ਤੁਹਾਨੂੰ ਵੀ ਨਹੀਂ ਸੁਣ ਰਹੀ ਜੀ ਜੀ, ਤੇ ਮੈਂ ਆਪਣੀ ਆਵਾਜ਼ ਉੱਚੀ ਕਰ ਦਿਆਂਗਾ, ਇਹ ਕਾਰਨ ਹੁੰਦਾ ਹੈ। ਜੀ ਜੀ। ਸੋ ਸਿੰਪਟਮਸ ਵੀ ਤੁਸੀਂ ਦੱਸੇ ਡਾਕਟਰ ਸਾਹਿਬ, ਤੇ ਹੁਣ ਡਾਇਗਨੋਸ ਜਦੋਂ ਕਰਦੇ ਆ ਤੁਸੀਂ ਦੱਸਿਆ ਵੀ ਹਿਸਟਰੀ ਆਪਣੀ ਹਿਸਟਰੀ ਲੈ ਲਈ ਆਪਾਂ। ਹੁਣ ਅਸੀਂ ਪੇਸ਼ੈਂਟ ਦਾ ਐਗਜ਼ਾਮੀਨੇਸ਼ਨ ਕਰਾਂਗੇ ਜੀ। ਐਗਜ਼ਾਮੀਨੇਸ਼ਨ ਦੇ ਵਿੱਚ ਓਬਵੀਅਸਲੀ ਪੂਰਾ ਈਅਰ ਨੋਜ਼ ਐਂਡ ਥਰੋਟ ਅਸੀਂ ਚੈੱਕ ਕਰਾਂਗੇ। ਓਕੇ, ਸੋ ਫੁੱਲ ਐਗਜ਼ਾਮੀਨੇਸ਼ਨ। ਸਭ ਤੋਂ ਪਹਿਲਾਂ ਮੰਨ ਲਓ ਜੋ ਕੰਨ ਤੇ ਆ ਜਾਓ ਜੀ, ਕੰਨ ਦਾ ਆਊਟਰ ਈਅਰ ਹੈ ਜਿਹੜਾ ਉਹਨੂੰ ਚੈੱਕ ਕਰਾਂਗੇ। ਕੋਈ ਦੇਖਾਂਗੇ ਕੋਈ ਪ੍ਰੋਬਲਮ ਈਅਰ ਕਨਾਲ ਦੇ ਵਿੱਚ ਤਾਂ ਨਹੀਂ ਹੈਗੀ ਜੀ, ਜੇ ਜਿੱਦਾਂ ਮੈਂ ਦੱਸਿਆ ਕੋਈ ਬਕਸ ਵਗੈਰਾ ਤਾਂ ਨਹੀਂ ਹੈਗੀ, ਹਾਂਜੀ, ਜਾਂ ਕੰਨ ਦੇ ਵਿੱਚ ਕੋਈ ਫੋਰਨ ਬੋਡੀ ਤਾਂ ਨਹੀਂ ਹੈਗੀ। ਤੇ ਉਸ ਤੋਂ ਅੱਗੇ ਤੁਹਾਡੇ ਫਿਰ ਆ ਜਾਂਦਾ ਹੈ ਕੰਨ ਦਾ ਪਰਦਾ ਜੀ। ਫਿਰ ਅਸੀਂ ਕੰਨ ਦੇ ਪਰਦੇ ਨੂੰ ਚੈੱਕ ਕਰਦੇ ਹਾਂ ਕਿ ਪਰਦਾ ਠੀਕ ਹੈ, ਕੋਈ ਇਹਦੇ ਵਿੱਚ ਹੋਲ ਤਾਂ ਨਹੀਂ ਹੈਗਾ, ਸ਼ੇਕ ਤਾਂ ਨਹੀਂ ਹੈਗਾ, ਪਰਦਾ ਫਟਿਆ ਤਾਂ ਨਹੀਂ ਹੋਇਆ, ਕੋਈ ਕੰਨ ਦੇ ਵਿੱਚੋਂ ਡਿਸਚਾਰਜ ਜਾਂ ਇਨਫੈਕਸ਼ਨ ਤਾਂ ਨਹੀਂ ਹੈਗੀ। ਤੇ ਪਰਦੇ ਦਾ ਕਲਰ ਤੋਂ ਸਾਨੂੰ ਬਹੁਤ ਕੁਝ ਪਤਾ ਲੱਗਦਾ ਕਿ ਨਾਰਮਲ ਹੈ ਕਿ ਡਲ ਹੈ। ਖਾਸ ਕਰਕੇ ਬੱਚਿਆਂ ਦੇ ਵਿੱਚ ਜੀ, ਜੇ ਪਰਦਾ ਡਲ ਹੈ ਇਹਦਾ ਮਤਲਬ ਕੰਨ ਦੇ ਪਿਛਲੇ ਪਾਸੇ ਫਲੂਇਡ ਹੈਗਾ, ਮਿਡਲ ਈਅਰ ਦੇ ਵਿੱਚ ਪਰਦੇ ਦੇ ਪਿੱਛੇ ਜੀ। ਤੇ ਬਾਕੀ ਜੇ ਕੰਨ ਦਾ ਪਰਦਾ ਫਟਿਆ ਹੋਇਆ ਉਹਦਾ ਤੁਹਾਨੂੰ ਓਬਵੀਅਸਲੀ ਦਿਸ ਹੀ ਜਾਏਗਾ ਜੀ। ਫਿਰ ਉਸ ਤੋਂ ਅੱਗੇ ਅਸੀਂ ਚੈੱਕ ਕਰਾਂਗੇ ਪੇਸ਼ੈਂਟ ਦਾ ਥਰੋਟ, ਦੇਖਾਂਗੇ ਗਲੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ, ਠੀਕ ਨੇ, ਐਡੀਨੋਇਡਸ ਠੀਕ ਨੇ ਜੀ। ਉਹ ਅੱਜ ਕੱਲ੍ਹ ਤੇ ਅਸੀਂ ਐਡੀਨੋਇਡਸ ਵੀ ਦੇਖ ਸਕਦੇ ਹਾਂ। ਜਿਹੜਾ ਪੇਸ਼ੈਂਟ ਕੋਆਪਰੇਟਿਵ ਹੈ ਸਾਡੇ ਕੋਲ ਫਲੈਕਸੀਬਲ ਐਂਡੋਸਕੋਪੀ ਨੱਕ ਦੇ ਰਾਹੀਂ ਕੈਮਰਾ ਪਾ ਕੇ ਦਿਖ ਜਾਂਦਾ। ਤੇ ਬੈਕ ਆਫ ਨੋਜ਼ ਜਿਹੜੀ ਕਿ ਪੋਸਟ ਨੇਜ਼ਲ ਸਪੇਸ ਕਹਿੰਦੇ ਹਾਂ ਅਸੀਂ, ਹਾਂਜੀ, ਮੈਡੀਕਲ ਟਰਮ ਦੇ ਵਿੱਚ, ਉਹ ਜ਼ਰੂਰ ਚੈੱਕ ਕਰਨੀ ਪੈਂਦੀ ਹੈ ਤਾਂ ਕਿ ਉੱਥੇ ਕੋਈ ਪੈਥੋਲੋਜੀ ਨਾ ਹੋਵੇ ਜੀ। ਤੇ ਫਿਰ ਨੱਕ ਵੀ ਚੈੱਕ ਕਰਾਂਗੇ ਕਿ ਨੱਕ ਠੀਕ ਹੈ, ਨੱਕ ਦੇ ਵਿੱਚ ਕੋਈ ਅਲਰਜੀ ਤਾਂ ਨਹੀਂ, ਜਿਹੜਾ ਨੇਜ਼ਲ ਸੈਪਟਮ ਹੈ ਕੋਈ ਡੀਵੀਏਟਡ ਤਾਂ ਨਹੀਂ, ਹਾਂਜੀ, ਕਿਸੇ ਪਾਸੇ ਨੂੰ ਨੱਕ ਦੀ ਹੱਡੀ ਟੇਢੀ ਤਾਂ ਨਹੀਂ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ, ਜਾਂ ਨੱਕ ਦੇ ਵਿੱਚ ਪੋਲਿਪਸ ਤਾਂ ਨਹੀਂ ਹੈਗੇ। ਇਹ ਸਾਰਾ ਕੁਝ ਦੇਖਣਾ ਪਏਗਾ ਤੇ ਇਹ ਤੁਹਾਡੀ ਮੈਨੇਜਮੈਂਟ ਤੇ ਟ੍ਰੀਟਮੈਂਟ ਦਾ ਬਹੁਤ ਵੱਡਾ ਹਿੱਸਾ ਹੈ। ਉਸ ਤੋਂ ਬਾਅਦ ਫਿਰ ਅਸੀਂ ਇਨਵੈਸਟੀਗੇਟ ਕਰਦੇ ਹਾਂ। ਹਾਂਜੀ, ਸੋ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੀਤਾ ਜਾਂਦਾ ਹੈਗਾ? ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਬੇਸਿਕਲੀ ਹੀਅਰਿੰਗ ਟੈਸਟ, ਜਿਹਨੂੰ ਅਸੀਂ ਆਮ ਕਹਿੰਦੇ ਹਾਂ ਕਿ ਬੱਚੇ ਦਾ ਜਾਂ ਵੱਡੇ ਦਾ ਅਸੀਂ ਹੀਅਰਿੰਗ ਟੈਸਟ ਹਾਂਜੀ ਕਰਵਾਉਣਾ। ਉਹ ਜਿਹੜਾ ਹੀਅਰਿੰਗ ਟੈਸਟ ਉਹਨੂੰ ਆਡੀਓਮੀਟਰੀ ਕਹਿੰਦੇ ਆ ਜੀ। ਤੇ ਉਹਦੇ ਨਾਲ ਇੱਕ ਪਾਸੇ ਫ੍ਰੀਕੁਐਂਸੀ ਮੇਜਰ ਕੀਤੀ ਜਾਂਦੀ ਹੈ, ਦੈਟਸ ਐਟ ਦ ਟਾਪ ਹੈ ਨਾ, ਟਾਪ ਤੇ ਜਿਹੜਾ ਇੱਧਰ ਫ੍ਰੀਕੁਐਂਸੀ ਜੀ, ਇੱਧਰ ਇੰਟੈਂਸਿਟੀ, ਠੀਕ ਹੈ ਜੀ। ਤੇ ਉਹ ਤੋਂ ਸਾਨੂੰ ਪਤਾ ਲੱਗਦਾ ਕਿ ਹੀਅਰਿੰਗ ਲਾਸ ਕਿੰਨਾ ਜ਼ਿਆਦਾ ਹੈ। ਇਹ ਦੇਖੋ ਤੁਸੀਂ ਜਿਹੜਾ ਉੱਪਰ ਟੌਪ ਤੇ ਫੋਟੋ ਆ, ਇਹ ਨਾਰਮਲ ਹੀਅਰਿੰਗ ਟੈਸਟ ਹੈ। ਸੋ ਜਿਹੜੀ ਟੌਪ ਤੇ ਫੋਟੋ ਹੈਗੀ ਉਹ ਨਾਰਮਲ ਹੀਅਰਿੰਗ ਟੈਸਟ ਦੀ ਨਾਰਮਲ ਹੈ। ਜਿਹੜੇ ਸਰਕਲਸ ਨੇ ਇਹ ਸੱਜੇ ਕੰਨ ਦੀ ਸੁਣਾਈ ਹੈ, ਜਿਹੜੇ ਕ੍ਰੋਸਿਸ ਨੇ ਉਹ ਖੱਬੇ ਕੰਨ ਦੀ ਸੁਣਾਈ ਜੀ। ਜੇ 20 dB ਤੱਕ ਜੀ, ਇੱਧਰ ਦੇਖੋ ਤੁਸੀਂ 0 10 20 ਜੀ, ਜਿੱਦਾਂ ਸਾਈਡ ਤੇ ਜਿਹੜਾ ਟੇਬਲ ਟਾਈਪ ਬਣਾਇਆ ਗਿਆ ਉਹਦੇ ਵਿੱਚ ਸਟਾਰਟਿੰਗ ਤੇ ਇੱਧਰ ਅਪ ਟੂ 20 ਯੂਅਰ ਹੀਅਰਿੰਗ ਇਜ਼ ਨਾਰਮਲ। ਹਾਂਜੀ, ਜੇਕਰ 20 ਤੱਕ ਆਂਦੀ ਤੇ ਸਾਡੀ ਹੀਅਰਿੰਗ ਨਾਰਮਲ ਹੈ ਜਦੋਂ ਟੈਸਟ ਕਰਵਾਉਣ ਅਸੀਂ ਜਾਂਦੇ ਆ, ਤੇ 20 ਤੋਂ ਉੱਤੇ ਹੋਏ ਤੇ ਫਿਰ 20 ਤੋਂ 40 ਹੈ ਜਿਹੜਾ ਅਸੀਂ ਉਹਨੂੰ ਮੋਡਰੇਟ ਹੀਅਰਿੰਗ ਲਾਸ ਕਹਾਂਗੇ। ਮਾਈਲਡ ਠੀਕ ਹੈ ਜੀ। 40 ਤੋਂ 70 ਹੈ ਜਿਹੜਾ ਉਹਨੂੰ ਮੋਡਰੇਟ, ਸੋ ਥੋੜਾ ਗਾਂ ਵੱਧਦੀ ਜਾਂਦੀ ਜੀ। 70 ਤੋਂ 90 ਤੱਕ ਹੈ ਜਿਹੜਾ ਉਹਨੂੰ ਸੀਵੀਅਰ। 90 ਤੋਂ ਉੱਤੇ ਜਿਹੜਾ ਉਹ ਪ੍ਰੋਫਾਊਂਡ ਹੀਅਰਿੰਗ ਲਾਸ। ਓਕੇ, ਸੋ ਚਾਰ ਭਾਗ ਨੇ ਇਹਦੇ ਅਗਰ ਦੇਖੀਏ ਆਪਾਂ ਤੇ ਜੇ ਅਸੀਂ ਦੇਖਦੇ ਦੀ ਡਿਗਰੀ ਆਫ ਡੈਪਥ, ਡਿਗਰੀ ਨਾਰਮਲ, ਮਾਈਲਡ, ਮੋਡਰੇਟ, ਸੀਵੀਅਰ ਤੇ ਪ੍ਰੋਫਾਊਂਡ ਜੀ। ਠੀਕ ਹੈ। ਇਹ ਤੁਸੀਂ ਥੱਲੇ ਵਾਲੀ ਪਿਕਚਰ ਵਿੱਚ ਦੇਖੋਗੇ, ਸੱਜੇ ਕੰਨ ਦੀ ਸੁਣਾਈ ਨਾਰਮਲ ਹੈ,
ਸੋ ਜਿਹੜਾ ਰੈਡ ਜਿਹੜੇ ਡਾਟਸ ਵਾਇਆ ਸਰਕਲਸ, ਹਾਂ ਉਹ ਦੇਖੋ ਤੁਸੀਂ 20 ਤੋਂ ਉੱਤੇ ਨੇ ਤੇ ਇਹ ਵਾਲੀ ਨਾਰਮਲ ਹੈ ਜੀ। ਇਹ ਜਿਹੜੇ ਖੱਬੇ ਕੰਨ ਦੀ ਸੁਣਾਈ ਹੈ ਥੱਲੇ ਜਾਂਦੀ ਪਈ ਹੈ, ਇਹ ਘਟੀ ਹੋਈ ਹੈ। ਸੋ ਰਾਈਟ ਦੀ ਠੀਕ ਹੈ ਤੇ ਲੈਫਟ ਦੀ ਘੱਟ ਹੈ ਜੀ। ਸੋ ਇਦਾਂ ਵੀ ਹੁੰਦਾ ਵੀ ਰਾਈਟ ਐਂਡ ਲੈਫਟ ਦੀ ਦੋਵਾਂ ਦੀ ਘਟ ਸਕਦੀ ਹੈ ਤੇ ਬਹੁਤ ਵਾਰੀ ਹੁੰਦਾ, ਅਕਸਰ ਇਦਾਂ ਹੀ ਹੁੰਦਾ ਹੈ, ਅਕਸਰ ਇਦਾਂ ਹੁੰਦਾ। ਠੀਕ ਹੈ। ਸੋ ਇਹਦੇ ਵਿੱਚ ਏਜ ਦਾ ਜਾਂ ਇਹ ਕੰਸਰਨ ਨਹੀਂ ਹੈ। ਜਦੋਂ ਤੁਸੀਂ ਹੀਅਰਿੰਗ ਟੈਸਟ ਕਰਾਉਣਾ ਕਿਸੇ ਦੀ ਵੀ ਹੀਅਰਿੰਗ ਜਿਹੜੀ ਹੈਗੀ ਹੈ, ਹਾਂਜੀ, ਦੋਵੇਂ ਕੰਨਾਂ ਦੀ ਜ਼ਰੂਰੀ ਨਹੀਂ ਹੈ ਬਰਾਬਰ। ਇਹ ਜਿਹੜਾ ਹੈ ਕੰਡਕਟਿਵ ਹੀਅਰਿੰਗ ਲਾਸ ਹੈ ਜੀ, ਠੀਕ ਹੈ। ਜੇ ਜਿਹੜਾ ਸੈਂਸੀਨਿਊਰਲ ਹੀਅਰਿੰਗ ਲਾਸ ਹੈ ਉਹਦੇ ਵਿੱਚ ਸਾਰਾ ਹੀ ਡ੍ਰੌਪ ਹੋ ਜਾਏਗਾ, ਦੋਵੇਂ 에ਅਰਬੋਨ ਗੈਪ ਨਹੀਂ ਹੋਏਗਾ। ਓਕੇ, ਠੀਕ ਹੈ ਜੀ ਜੀ। ਇਹ ਦੇਖੋ ਇਹ ਜਿਹੜੀ ਆ ਇਹ 에ਅਰ ਫ੍ਰੀਕੁਐਂਸੀ ਮੇਜਰ ਕੀਤੀ ਹੋਈ ਹੈ ਪਿਕਚਰ ਦੇ ਵਿੱਚ। ਸੌਰੀ, ਬੋਨ ਕੰਡਕਸ਼ਨ ਨਹੀਂ ਦਿਖਾਈ ਉਹਨਾਂ ਨੇ ਇਹਦੇ ਵਿੱਚ ਜੀ। ਜੇ ਤੁਹਾਡੀ ਬੋਨ ਕੰਡਕਸ਼ਨ ਐਜ਼ ਵੈਲ ਐਜ਼ 에ਅਰ ਕੰਡਕਸ਼ਨ ਦੋਵੇਂ ਡਾਊਨ ਹੋ ਜਾਣ, ਇਹਦਾ ਮਤਲਬ ਸੈਂਸੀਨਿਊਰਲ ਡੈਫਨੈਸ ਹੈ। ਠੀਕ ਹੈ ਜੀ। ਜੇ ਤੁਹਾਡੀ ਬੋਨ ਕੰਡਕਸ਼ਨ ਨਾਰਮਲ ਹੈ, ਹਾਂਜੀ, ਤੇ 에ਅਰ ਕੰਡਕਸ਼ਨ ਡ੍ਰੌਪ ਹੋ ਗਈ ਤੇ ਇਹਦਾ ਮਤਲਬ ਕੰਡਕਟਿਵ ਡੈਫਨੈਸ ਹੈ। ਠੀਕ ਹੈ ਜੀ। ਸੋ ਦੈਟਸ ਦ ਲੈਵਲ ਆਫ ਫ੍ਰੀਕੁਐਂਸੀ ਜਿਹੜੀ ਸਾਡੀ ਕੰਨਾਂ ਦੀ ਹੈ। ਹਾਂਜੀ ਹਾਂਜੀ, ਠੀਕ ਹੈ। ਤੇ ਉਹ ਤੋਂ ਅੱਗੇ ਫਿਰ ਅਸੀਂ ਬੱਚਿਆਂ ਦੇ ਵਿੱਚ ਟੈਂਪੈਨੋਮੀਟਰੀ ਕਰਵਾਉਂਦੇ ਹਾਂ ਜੀ। ਉਹਦੇ ਨਾਲ ਦੇਖਦੇ ਹਾਂ ਮਿਡਲ ਈਅਰ ਪ੍ਰੈਸ਼ਰ ਜੀ, ਜਾਂ ਮਿਡਲ ਈਅਰ ਦੇ ਵਿੱਚ ਫਲੂਇਡ ਹੈ ਕਿ ਨਹੀਂ ਹੈ ਜੀ। ਉਸ ਤੋਂ ਪਤਾ ਲੱਗ ਜਾਂਦਾ ਕਿ ਉਹ ਨਾਰਮਲ ਗ੍ਰਾਫ ਹੈ ਜਾਂ ਫਲੈਟ ਹੈ। ਜੇ ਨਾਰਮਲ ਹੈ ਤੇ ਨਾਰਮਲ ਹੈ ਜੀ ਜੀ। ਜੇ ਫਲੈਟ ਹੈ ਤੇ ਇਹਦਾ ਮਤਲਬ ਮਿਡਲ ਈਅਰ ਦੇ ਵਿੱਚ ਫਲੂਇਡ ਆਇਆ ਹੋਇਆ ਹੈ ਜੀ। ਤੇ ਉਹਦੇ ਹਿਸਾਬ ਨਾਲ ਫਿਰ ਉਹਨੂੰ ਹੈਂਡਲ ਕਰਨਾ ਪੈਂਦਾ ਤੇ ਟ੍ਰੀਟ ਕਰਨਾ ਪੈਂਦਾ ਹੈ। ਟ੍ਰੀਟਮੈਂਟ ਹੈ ਅੱਗੇ, ਜਿਹੜੀ ਟ੍ਰੀਟਮੈਂਟ ਤੁਹਾਡਾ ਡਿਪੈਂਡ ਕਰਦਾ ਕਿ ਕੌਜ਼ ਕੀ ਹੈ, ਜਿਵੇਂ ਅਸੀਂ ਪਹਿਲਾਂ ਡਿਸਕਸ ਕੀਤਾ ਜੀ ਜੀ। ਜਿਹੜੇ ਅਲੱਗ-ਅਲੱਗ ਬੱਚਾ ਜੇ ਤੁਹਾਡੇ ਕੋਲ ਆਇਆ ਜੀ, ਉਹਦੇ ਪੇਰੈਂਟਸ ਤੁਹਾਡੇ ਕੋਲ ਲੈ ਕੇ ਆਏ ਨੇ, ਉਹ ਕਹਿੰਦੇ ਨੇ ਤੁਹਾਨੂੰ ਕਿ ਮੇਰੇ ਬੱਚੇ ਨੂੰ ਲੱਗਦਾ ਸੁਣਦਾ ਘੱਟ ਹੈ, ਹਾਂਜੀ, ਸਕੂਲ ਦੇ ਟੀਚਰ ਵੀ ਕੰਪਲੇਂਟ ਕਰਦੇ ਨੇ ਜੀ, ਬੱਚਾ ਕਲਾਸ ਵਿੱਚ ਪਿੱਛੇ ਰਹਿ ਰਿਹਾ, ਉਹਦੀ ਪਰਫਾਰਮੈਂਸ ਘੱਟ ਹੈ ਜੀ, ਕਿਉਂਕਿ ਸੁਣੇਗਾ ਨਹੀਂ ਤੇ ਇੰਟਰਸਟ ਨਹੀਂ ਹੋਏਗਾ ਸਟੱਡੀ ਦੇ ਵਿੱਚ, ਤੇ ਮਾਰਕਸ ਵਗੈਰਾ ਉਹਦੇ ਘੱਟ ਆਉਣਗੇ, ਹਾਂਜੀ, ਟੀਵੀ ਉੱਚੀ ਲਗਾਏਗਾ, ਘਰਦਿਆਂ ਨੂੰ ਵਾਰ-ਵਾਰ ਉਹਨੂੰ ਆਵਾਜ਼ਾਂ ਮਾਰਨੀਆਂ ਪੈਣਗੀਆਂ। ਇੱਥੋਂ ਤੁਹਾਨੂੰ ਘਰੋਂ ਪਤਾ ਲੱਗ ਜਾਂਦਾ ਕਿ ਥੋੜ੍ਹਾ ਜਿਹਾ ਪ੍ਰੋਬਲਮ ਹੈ ਜੀ। ਪਹਿਲੀ ਵਾਰੀ ਜਦੋਂ ਬੱਚਾ ਸਾਡੇ ਕੋਲ ਆਉਂਦਾ, ਅਸੀਂ ਉਹਦੇ ਸਾਰੇ ਚੈੱਕਅਪ ਕਰਕੇ ਤੇ ਉਹਦਾ ਹੀਅਰਿੰਗ ਟੈਸਟ ਤੇ ਟੈਂਪੈਨੋਮੀਟਰੀ ਕਰਵਾਉਂਦੇ ਹਾਂ ਜੀ। ਜੇ ਪਹਿਲੀ ਵਾਰੀ ਜਦੋਂ ਬੱਚਾ ਆਇਆ ਤੇ ਓਬਵੀਅਸਲੀ ਤੁਸੀਂ ਪੇਰੈਂਟਸ ਨਾਲ ਡਿਸਕਸ ਕਰੋਗੇ ਕਿ ਇਹ ਪ੍ਰੋਬਲਮ ਹੈ ਜੀ, ਬਟ ਐਡਵਾਈਸ ਇਹ ਹੁੰਦੀ ਹੈਗਾ ਜਿਹੜੀ ਨਾਈਸ ਗਾਈਡਲਾਈਨਸ ਨੇ ਨਾ, ਹਾਂਜੀ, ਉਹਦੇ ਹਿਸਾਬ ਦੇ ਨਾਲ ਕਿ ਪਹਿਲੀ ਵਾਰੀ ਤੁਹਾਨੂੰ ਆਪਰੇਸ਼ਨ ਲਈ ਬੁੱਕ ਕਰਨ ਦੀ ਜ਼ਰੂਰਤ ਨਹੀਂ ਬੱਚੇ ਨੂੰ, ਠੀਕ ਹੈ, ਬੱਚੇ ਨੂੰ ਚਾਂਸ ਦਿਓ, ਹੋ ਸਕਦਾ ਆਪਣੇ ਆਪ ਰਿਕਵਰ ਕਰ ਜਾਏ। ਸੋ ਆਟੋਮੈਟਿਕਲੀ ਉਹਨਾਂ ਦੀ ਜਿੱਦਾਂ ਗਰੋਥ ਹੁੰਦੀ ਹੈ, ਯੂਸਟੇਸ਼ੀਅਨ ਟਿਊਬ ਨੇ ਫੰਕਸ਼ਨ ਰਿਜ਼ਿਊਮ ਕਰ ਲਿਆ ਤੇ ਠੀਕ ਹੋ ਜਾਏਗਾ ਆਪਣੇ ਆਪ ਹੀ ਜੀ। ਅਸੀਂ ਅਕਸਰ ਉਹਨਾਂ ਨੂੰ 3 ਮਹੀਨੇ ਬਾਅਦ ਦੁਬਾਰਾ ਉਹਨਾਂ ਦੀ ਹੀਅਰਿੰਗ ਚੈੱਕ ਕਰਦੇ ਹਾਂ। ਸੋ ਕਿਹੜੀ ਏਜ 'ਚ ਨਿਊ ਬੋਰਨ ਬੇਬੀ ਦੀ ਹੀਅਰਿੰਗ ਹੁੰਦੀ ਹੈ? ਨਿਊ ਬੋਰਨ ਬੇਬੀ ਹੈ ਨਾ ਜਿਹੜੇ, ਉਹ ਡਿਫਰੈਂਟ ਚੀਜ਼ ਹੈ। ਮੈਂ ਗੱਲ ਕਰਦਾ 4 ਸਾਲ ਤੋਂ 4 ਸਾਲ ਤੋਂ ਉੱਤੇ, ਠੀਕ ਹੈ, ਜਿਹੜੇ ਬੱਚੇ ਸਕੂਲ ਜਾਂਦੇ ਨੇ, ਨਰਸਰੀ ਜਾਂ ਸਕੂਲ ਜਾਂਦੇ ਨੇ ਖਾਸ ਕਰਕੇ, ਤੇ ਉਹਨਾਂ ਦਾ ਫਿਰ ਅਸੀਂ ਰਿਪੀਟ ਕਰਾਉਂਦੇ ਹਾਂ ਹੀਅਰਿੰਗ ਟੈਸਟ, ਜਿਹਨੂੰ ਆਡੀਓਗ੍ਰਾਮ ਕਹਿੰਦੇ ਆ, ਤੇ ਟੈਂਪੈਨੋਮੀਟਰੀ, ਠੀਕ ਹੈ। ਜੇ ਤਾਂ ਬੈਟਰ ਹੋ ਗਿਆ ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਜੀ। ਜੇ ਬੈਟਰ ਨਹੀਂ ਹੋਇਆ ਜਾਂ ਵਰਸ ਹੋ ਗਿਆ, ਜ਼ਿਆਦਾ ਖਰਾਬ ਹੋ ਗਿਆ, ਫਿਰ ਤੁਹਾਨੂੰ ਉਹਨਾਂ ਦੀ ਟ੍ਰੀਟਮੈਂਟ ਕਰਨੀ ਪੈਂਦੀ ਹੈ। ਜਿਹੜੀ ਕਿ ਬੱਚਿਆਂ ਵਿੱਚ ਅਕਸਰ ਟ੍ਰੀਟਮੈਂਟ ਹੈ ਗਰੋਮੈਟ ਇਨਸਰਸ਼ਨ ਜੀ। ਇਹਦੇ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਗਰੋਮੈਟ ਇਨਸਰਸ਼ਨ ਕਿ ਜੀ ਇਹ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਬੱਚਿਆਂ ਦੀ ਟ੍ਰੀਟਮੈਂਟ ਦੇ ਵਾਸਤੇ ਕੀਤਾ ਜਾਂਦਾ। ਇਹ ਜਿਹੜਾ ਗਰੋਮੈਟ ਹੈ ਜੀ, ਇਹਨੂੰ ਅਸਲ ਵਿੱਚ ਇਹ ਵੈਂਟੀਲੇਸ਼ਨ ਟਿਊਬ ਹੈ ਜੀ। ਇਹ ਐਜ਼ ਅ ਡੇ ਕੇਸ ਅਸੀਂ ਇਹਨਾਂ ਦੀ ਸਰਜਰੀ ਕਰਦੇ ਹਾਂ ਬੱਚਿਆਂ ਦੀ ਜੀ। ਬੱਚਾ ਸਵੇਰੇ ਆਉਂਦਾ ਜਾਂ ਸ਼ਾਮ ਦੀ ਲਿਸਟ, ਜਦੋਂ ਵੀ। ਡੇ ਕੇਸ ਦਾ ਮਤਲਬ ਹੈ ਕਿ ਆਇਆ, ਆਪਣਾ ਆਪਰੇਸ਼ਨ ਕਰਾਇਆ, ਜਦੋਂ ਫਿੱਟ ਹੋ ਗਿਆ ਘਰ ਜਾਣ ਲਈ ਸਾਨੂੰ ਘਰ ਭੇਜ ਦੇਗਾ ਜੀ।
ਬੱਚੇ ਨੂੰ ਜਨਰਲ ਐਨਸਥੀਸੀਆ ਦਿੱਤਾ ਜਾਂਦਾ ਆਪਰੇਸ਼ਨ ਥੀਏਟਰ ਦੇ ਵਿੱਚ। ਸੋ ਪੂਰਾ ਸੁਆ ਕੇ? ਹਾਂਜੀ ਜੀ, ਪੂਰਾ ਸੁਲਾ ਦਿੱਤਾ ਜਾਂਦਾ ਜੀ। ਤੇ ਫਿਰ ਕੰਨ ਦੇ ਪਰਦੇ ਦੇ ਵਿੱਚ ਇੱਕ ਛੋਟਾ ਜਿਹਾ ਛੇਕ ਕਰਦੇ ਹਾਂ ਅਸੀਂ ਜੀ, ਜਿਹਨੂੰ ਬ੍ਰਿੰਗੋਟਮੀ ਕਹਿੰਦੇ ਆ ਜੀ। ਔਰ ਉਸ ਛੇਕ ਦੇ ਰਾਹੀਂ ਅਸੀਂ ਜਿਹੜਾ ਕੰਨ ਦੇ ਪਰਦੇ ਦੇ ਪਿੱਛੇ ਮਿਡਲ ਈਅਰ ਦੇ ਵਿੱਚ ਫਲੂਇਡ ਜਮ੍ਹਾਂ ਹੋਇਆ, ਜਿਹਨੂੰ ਗਲੂ ਈਅਰ ਕਹਿੰਦੇ ਆ, ਗਲੂ ਕਹਿੰਦੇ ਆ ਜੀ। ਉਹਨੂੰ ਗਲੂ ਕਿਉਂ ਕਹਿੰਦੇ? ਉਹ ਇੰਨਾ ਥਿਕ ਹੁੰਦਾ ਜਿਸ ਤਰ੍ਹਾਂ ਗਲੂ ਹੁੰਦਾ ਹੈ। ਓਕੇ। ਇਸ ਕਰਕੇ ਉਹਨੂੰ ਗਲੂ ਕਹਿੰਦੇ। ਉਹਨੂੰ ਸਕਸ਼ਨ ਦੇ ਨਾਲ ਸਕ ਕਰਕੇ ਬਾਹਰ ਕੱਢ ਦਿੱਤਾ ਜਾਂਦਾ। ਫਿਰ ਅਸੀਂ ਉਸ ਹੋਲ ਦੇ ਵਿੱਚ ਗਰੋਮੈਟ ਪਾ ਦਿੰਦੇ ਆ ਜਿਹੜਾ ਇਹ ਗਰੋਮੈਟ ਹੈ। ਓਕੇ, ਜਿਹੜੀ ਇਹ ਰਾਉਂਡ ਹੈਗੀ ਹੈ। ਹਾਂ, ਇਹ ਵਾਲਾ ਇਹ ਤੁਹਾਨੂੰ ਗਰੋਮੈਟ ਦਿਸ ਰਿਹਾ, ਇਹ ਗਰੋਮੈਟ ਹੈ। ਵਾਈਟ ਕਲਰ ਦਾ ਜਿਹੜਾ ਰਾਉਂਡ ਹੈਗਾ, ਇਹ ਗਰੋਮੈਟ ਫਿੱਟ ਕੀਤਾ ਹੋਇਆ ਜੀ। ਇਹ ਗਰੋਮੈਟ ਕੰਨ ਦੇ ਵਿੱਚ ਰਹਿ ਸਕਦਾ ਹੈ ਫਰੋਮ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ। ਜੀ। ਫਿਰ ਜਿਹੜੇ ਆ ਇਹਨੂੰ ਟੰਪੈਨਿਕ ਮੈਂਬਰ ਪਿੱਛੇ ਹੀਲ ਹੋਣਾ ਸ਼ੁਰੂ ਹੋ ਜਾਂਦੀ ਹੈ ਜੀ, ਤੇ ਗਰੋਮੈਟ ਨੂੰ ਐਗਜ਼ੈਕਟ ਬਾਹਰ ਕੱਢ ਦਿੰਦੀ ਹੈ। ਓਕੇ, ਆਟੋਮੈਟਿਕਲੀ ਆਪਣੇ ਆਪ ਹੀ ਜ਼ਿਆਦਾਤਰ ਈਅਰ ਕਨਾਲ ਦੇ ਵਿੱਚ ਗਿਰ ਜਾਂਦਾ ਜੀ। ਤੇ ਜਦੋਂ ਅਸੀਂ ਫੋਲੋ ਅਪ ਕਰਦੇ ਹਾਂ ਬੱਚੇ ਦਾ ਤਾਂ ਉੱਥੋਂ ਅਸੀਂ ਕੱਢ ਦਿੰਦੇ ਹਾਂ। ਬਹੁਤ ਸਾਰੇ ਬੱਚਿਆਂ ਦੇ ਵਿੱਚ ਆਪਣੇ ਆਪ ਹੀ ਜਦੋਂ ਨੱਠੇ ਪੈਂਦੇ ਨੇ ਈਅਰ ਕਨਾਲ ਦੇ ਵਿੱਚੋਂ ਗਿਰ ਜਾਂਦਾ। ਕਈਆਂ ਦੇ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਗਿਰ ਗਿਆ ਕਦੋਂ ਨਹੀਂ। ਹਾਂਜੀ। ਤੇ ਜਿਹੜੀ ਇਹ ਹੋਲ ਕੀਤਾ ਹੁੰਦਾ ਇਹ ਅਕਸਰ ਆਪਣੇ ਆਪ ਹੀ ਹੀਲ ਹੋ ਜਾਂਦਾ। ਓਕੇ। ਬਹੁਤ ਘੱਟ ਪ੍ਰਪੋਰਸ਼ਨ ਹੈ ਜਿਨ੍ਹਾਂ ਦੇ ਵਿੱਚ ਨਹੀਂ ਹੀਲ ਹੋ ਪਰਫੋਰੇਸ਼ਨ ਰਹਿ ਜਾਂਦੀ ਹੈ ਤੇ ਫਿਰ ਤੁਹਾਨੂੰ ਕੁਛ ਕਰਨਾ ਪੈਂਦਾ ਜੇ ਉਹਨੂੰ ਬੱਚੇ ਨੂੰ ਜ਼ਿਆਦਾ ਪ੍ਰੋਬਲਮ ਆਵੇ। ਠੀਕ ਹੈ ਜੀ। ਇਹ ਉਹ ਤੋਂ ਬਾਅਦ ਫਿਰ ਤੁਸੀਂ ਦੇਖੋਗੇ ਕਿ ਬੱਚੇ ਦਾ ਤੁਸੀਂ ਇੱਕ ਵਾਰੀ ਗਰੋਮੈਟ ਪਾਤਾ ਤਾਂ ਬਹੁਤ ਸਾਰੇ ਪ੍ਰਪੋਰਸ਼ਨ ਬਹੁਤ ਸਾਰੇ ਬੱਚੇ ਇੱਕ ਵਾਰੀ ਕਰਨ ਨਾਲ ਠੀਕ ਹੋ ਜਾਂਦੇ ਨੇ ਜੀ। ਬਟ ਐਟ ਦ ਸੇਮ ਟਾਈਮ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੀ ਰਿਪੀਟ ਸਰਜਰੀ ਕਰਨੀ ਪੈਂਦੀ ਹੈ। ਓਕੇ। ਕਈਆਂ ਦੇ ਸਾਨੂੰ ਇਹ ਜਿਹੜੀ ਵੈਂਟੀਲੇਸ਼ਨ ਟਿਊਬ ਹੈ ਜਿਹੜੀ ਕਿ ਲੰਬੇ ਸਮੇਂ ਦੇ ਰਹੇ ਉਹ ਪਾਣੀ ਪੈਂਦੀ, ਉਹਨੂੰ ਅਸੀਂ ਟੀ ਟਿਊਬ ਕਹਿੰਦੇ ਹਾਂ ਜੀ। ਉਹ 2-3 ਸਾਲ ਤੱਕ ਰਹਿੰਦੀ ਕੰਨ ਦੇ ਵਿੱਚ। ਇਹ ਵੈਂਟੀਲੇਸ਼ਨ ਟਿਊਬ ਹੈ ਜੀ। ਜਿਹੜਾ ਤੁਹਾਡਾ ਆਪਣੀ ਵੈਂਟੀਲੇਸ਼ਨ ਟਿਊਬ ਹੈ ਨਾ, ਯੂਸਟੇਚੀਅਨ ਟਿਊਬ, ਹਾਂਜੀ, ਉਹਨੂੰ ਰੈਸਟ ਦੇਣ ਵਾਸਤੇ ਹੈ। ਓਕੇ। ਤਾਂ ਕਿ ਉਹ ਰਿਕਵਰ ਕਰ ਜਾਏ ਤੇ ਇਧਰੋਂ ਵੈਂਟੀਲੇਸ਼ਨ ਹੁੰਦੀ ਰਹੇ। ਓਕੇ, ਸੋ ਥੋੜਾ ਰੈਸਟ ਦੇਣ ਵਾਸਤੇ ਇਜ਼ ਇਟ? ਇਹਦੇ ਰਾਹੀਂ ਫਲੂਇਡ ਨਹੀਂ ਬਾਹਰ ਆਏਗਾ, ਫਲੂਇਡ ਬਾਹਰ ਕੱਢਣ ਵਾਸਤੇ ਨਹੀਂ ਹੈਗੀ ਇਹ। ਹਾਂਜੀ। ਦਿਸ ਇਜ਼ ਫॉर ਵੈਂਟੀਲੇਸ਼ਨ। ਠੀਕ ਹੈ। ਕਿਉਂਕਿ ਜਿਹੜਾ ਸਾਨੂੰ ਕੁਦਰਤੀ ਪਰਮਾਤਮਾ ਨੇ ਵੈਂਟੀਲੇਸ਼ਨ ਟਿਊਬ ਲਗਾਈ ਹੈ ਨਾ, ਉਹ ਕੰਮ ਨਹੀਂ ਕਰ ਰਹੀ। ਸੋ ਜਿੰਨੀ ਦੇਰ ਫਿਰ ਗਰੋਮੈਟ ਪਾਇਆ ਹੁੰਦਾ ਤੇ ਉਨੀ ਦੇਰ ਚ ਅਕਸਰ ਉਹ ਰਿਕਵਰ ਕਰ ਜਾਂਦੀ ਟਿਊਬ। ਓਕੇ ਓਕੇ, ਥੋੜਾ ਟਾਈਮ ਬੀਇੰਗ ਲਈ ਜਿੱਦਾਂ। ਹਾਂਜੀ, ਇਸ ਕਰਕੇ ਜੀ। ਤੇ ਫਿਰ ਅੱਗੇ ਤੁਸੀਂ ਦੇਖੋਗੇ ਕੋਈ ਪ੍ਰੋਬਲਮ ਹੈ ਜਿਸ ਤਰ੍ਹਾਂ ਟੰਪੈਨਿਕ ਮੈਂਬਰੇਨ ਜਾਂ ਕੰਨ ਦਾ ਪਰਦਾ ਫਟਿਆ ਹੈ। ਹਾਂਜੀ। ਫਿਰ ਸਾਨੂੰ ਜੇ ਕਿਸੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ, ਡੈਫਨੈਸ ਤੇ ਇੰਨਾ ਨਹੀਂ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਕੰਨ ਵਗਦਾ ਰਹਿੰਦਾ। ਜੀ ਜੀ। ਉਹ ਜੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਤਾਂ ਅਸੀਂ ਉਹਨਾਂ ਨੂੰ ਅਕਸਰ ਐਡਵਾਈਸ ਕਰਦੇ ਹਾਂ ਕਲੀਨਿਕ ਦੇ ਵਿੱਚ ਕਿ ਤੁਸੀਂ ਕੰਨ ਦੇ ਵਿੱਚ ਪਾਣੀ ਨਹੀਂ ਪੈਣ ਦੇਣਾ ਹੈ। ਓਕੇ। ਇਹ ਜਨਰਲ ਪਬਲਿਕ ਨੂੰ ਵੀ ਨੋਟ ਕਰਨਾ ਚਾਹੀਦਾ ਹੈ, ਕਰ ਲੈਣਾ ਚਾਹੀਦਾ ਕਿ ਜੇ ਕੰਨ ਦਾ ਪਰਦਾ ਫਟਿਆ ਹੋਵੇ ਉਹ ਬਹੁਤ ਹੱਦ ਤੱਕ ਆਪਣੇ ਕੰਨ ਦੀ ਇਨਫੈਕਸ਼ਨ ਨੂੰ ਘਟਾ ਸਕਦੇ ਨੇ ਜੇ ਇਹ ਪ੍ਰੀਕਾਸ਼ਨ ਲੈਣ ਕਿ ਕੰਨ ਦੇ ਵਿੱਚ ਪਾਣੀ ਨਹੀਂ ਪੈਣ ਦੇਣਾ ਹੈ ਜੀ। ਸੋ ਕਿਉਂਕਿ ਜਦੋਂ ਤੁਸੀਂ ਨਹਾਉਂਦੇ ਹੋ ਜਾਂ ਸ਼ਾਵਰ ਲੈਂਦੇ ਹੋ, ਹਾਂਜੀ, ਤੁਸੀਂ ਅਕਸਰ ਦੇਖੋਗੇ ਕਿ ENT ਵਾਲੇ ਡਾਕਟਰ ਪੇਸ਼ੈਂਟ ਨੂੰ ਕਹਿਣਗੇ ਥੋੜਾ ਜਿਹਾ ਕਾਟਨ ਵੂਲ ਲੈ ਕੇ ਉਹਨੂੰ ਬੇਬੀ ਆਇਲ ਨਾਲ ਸੋਕ ਕਰ ਲਓ ਜਾਂ ਵੈਸਲੀਨ ਨਾਲ ਸੋਕ ਕਰ ਲਓ ਜੀ, ਤੇ ਵਾਟਰ ਰਿਪੈਲੈਂਟ ਹੋ ਜਾਏ, ਉਹ ਆਪਣਾ ਕੰਨ ਨੂੰ ਪਲੱਗ ਕਰ ਲਓ ਉਹਦੇ ਨਾਲ। ਓਕੇ। ਸੋ ਹਾਂਜੀ, ਠੀਕ ਹੈ। ਜੇ ਨਹਾਉਣ ਤੋਂ ਬਾਅਦ ਫਿਰ ਤੁਸੀਂ ਉਹਨੂੰ ਕੰਨ ਦੇ ਵਿੱਚੋਂ ਕੱਢ ਦੇਣਾ। ਓਕੇ। ਜੇ ਕੰਨ ਦੇ ਵਿੱਚ ਪਾਣੀ ਨਹੀਂ ਜਾਏਗਾ ਤੁਸੀਂ ਆਪਣੀ ਮਦਦ ਆਪ ਕਰੋਗੇ ਕਿ ਤੁਹਾਡੇ ਕੰਨ ਦੇ ਵਿੱਚ ਇਨਫੈਕਸ਼ਨ ਰੇਟ ਬਹੁਤ ਘਟ ਜਾਏਗਾ। ਸੋ ਇਹ ਨੋਰਮਲ ਲੋਕਾਂ ਲਈ ਵੀ ਡਾਕਟਰ ਸਾਹਿਬ ਵਧੀਆ ਹੈਗਾ ਉੱਦਾਂ, ਤੇ ਅਗਰ ਇਨਫੈਕਸ਼ਨ ਵਗੈਰਾ ਜਿਨ੍ਹਾਂ ਨੂੰ ਪ੍ਰੋਨ ਨੇ ਇਨਫੈਕਸ਼ਨ ਹੋਣ ਤੋਂ? ਨੋਰਮਲ ਦੇ ਤਾਂ ਕੋਈ ਐਡਾ
मैं एडवाइज नहीं करांगा जी, बट जे कंन दा पर्दा फटिया फिर तो फिर डेफिनेटली ये हैगा कि प्रिकॉशन लिता जाए तो काफ़ी हद तक इन्फेक्शन रुक सकता हैगा जी। फिर ओबवियसली जे कंन दा पर्दा फटिया होया तो तुहानू रिपेयर करना पैंदा। ਉਹਦੇ ਵੀ ਡਿਪੈਂਡਿੰਗ ਔਨ ਦਾ ਡਿਗਰੀ ਆਫ ਡੈਫਨੈਸ ਜਿੱਦਾਂ ਮੈਂ ਦੱਸਿਆ ਸੀ, ਹਾਂਜੀ, ਮਾਈਲਡ, ਮੋਡਰੇਟ। ਜੇ ਤੇ ਮਾਈਲਡ ਡੈਫਨੈਸ ਹੈ 40 dB ਤੱਕ ਹੀਅਰਿੰਗ ਲਾਸ ਹੈ, ਹਾਂਜੀ, ਫਿਰ ਤੇ ਕੰਨ ਦਾ ਪਰਦਾ ਇਕੱਲਾ ਰਿਪੇਅਰ ਕਰਦੇ ਨੂੰ ਅਸੀਂ ਮਰਿੰਗੋਪਲਾਸਟੀ ਕਹਿੰਦੇ ਹਾਂ ਜੀ। ਜੇ ਮੋਡਰੇਟ ਹੈ, ਹਾਂਜੀ, ਫਿਰ ਜਿਹੜੀਆਂ ਕੰਨ ਦੇ ਵਿੱਚ 3 ਛੋਟੀਆਂ ਹੱਡੀਆਂ ਉਹਨਾਂ ਦਾ ਵੀ ਦੇਖਣਾ ਪੈਂਦਾ ਕਿ ਮਿਡਲ ਈਅਰ ਦੇ ਵਿੱਚ ਕੋਈ ਪੈਥੋਲੋਜੀ ਤਾਂ ਨਹੀਂ ਜੀ। ਉਹ ਫਿਰ ਮਰਿੰਗੋਪਲਾਸਟੀ ਪਲੱਸ ਜਿਹੜੀਆਂ ਇਹ ਮਿਡਲ ਈਅਰ ਦੇ ਵਿੱਚ ਕੋਈ ਪੈਥੋਲੋਜੀ ਹੈ ਉਹਨੂੰ ਠੀਕ ਕਰਨਾ ਐਟ ਦ ਸੇਮ ਟਾਈਮ ਉਹਨੂੰ ਟੈਂਪੈਨੋਪਲਾਸਟੀ ਕਹਿੰਦੇ ਆ। ਠੀਕ ਹੈ ਜੀ। ਫਿਰ ਉਹ ਕਰਨੀ ਪੈਂਦੀ ਹੈ। ਤੇ ਉਹ ਤੋਂ ਅੱਗੇ ਆ ਜਾਂਦਾ ਜੇ ਜਿਹੜੀਆਂ ਇਹ 3 ਬੋਨਸ ਹੈ ਇਹਨਾਂ ਦੇ ਵਿੱਚ ਡਿਸਕੰਟੀਨਿਊਟੀ ਹੈ ਜਾਂ ਕੋਈ ਪ੍ਰੋਬਲਮ ਹੈ ਤਾਂ ਇਹਨਾਂ ਨੂੰ ਫਿਰ ਫਿਕਸ ਕਰਨਾ ਪੈਂਦਾ, ਇਹਨੂੰ ਓਸੀਕਲੋਪਲਾਸਟੀ ਕਹਿੰਦੇ ਆ। ਓਕੇ। ਇਹ ਮੈਡੀਕਲ ਟਰਮ ਨੇ ਬਟ ਅਕਸਰ ਜੇ ਪਬਲਿਕ ਨਾਲ ਸ਼ੇਅਰ ਕਰਨੀ ਹੈ ਮੈਂ ਜੀ ਜੀ। ਤੇ ਅੱਜ ਤੋਂ ਥੋੜ੍ਹੇ ਸਾਲ ਪਹਿਲੇ ਇੱਕ ਆਪਰੇਸ਼ਨ ਕੁਆਇਟ ਕਾਮਨ ਸੀ ਜੀ, ਜਿਹੜਾ ਕਿ ਆਟੋਸਕਲੇਰੋਸਿਸ ਹੋ ਜਾਂਦਾ ਸੀ, ਸਟੈਪੀਡੈਕਟਮੀ ਕਰਦੇ ਸੀ ਜੀ। ਉਹ ਹੁਣ ਵੈਸੇ ਹੀਅਰਿੰਗ ਏਡਸ ਇੰਨੇ ਬੈਟਰ ਹੋ ਗਏ ਨੇ ਕਿ ਉਹ ਆਪਰੇਸ਼ਨ ਹੌਲੀ ਹੌਲੀ ਘੱਟ ਹੀ ਗਿਆ, ਲੋੜ ਨਹੀਂ ਪੈ ਰਹੀ ਜੀ। ਹੀਅਰਿੰਗ ਏਡ ਨਾਲ ਹੀ ਕੰਮ ਬੈਟਰ ਵਿਚ ਇਜ਼ ਸੋ ਗੁੱਡ। ਹਾਂਜੀ। ਇਹ ਤੇ ਹੈ ਜਿਹੜੀ ਕੰਡਕਟਿਵ ਡੈਫਨੈਸ ਜੀ। ਕੰਡਕਟਿਵ ਡੈਫਨੈਸ ਦੇ ਵਿੱਚ ਜਿਹੜੀ ਵੀ ਪ੍ਰੋਬਲਮ ਹੈ ਆਊਟਰ ਈਅਰ ਤੋਂ ਲੈ ਕੇ ਮਿਡਲ ਈਅਰ ਤੱਕ ਜੀ, ਉਹਨੂੰ ਤੁਸੀਂ ਸਰਜੀਕਲੀ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਹੋ। ਠੀਕ ਹੈ ਜੀ। ਬਹੁਤ ਹੱਦ ਤੱਕ ਕਾਮਯਾਬ ਸਕਸੈਸਫੁਲ ਹੈ ਜੀ। ਉਹ ਤੋਂ ਅੱਗੇ ਆ ਜਾਂਦੀ ਹੈ ਸੈਂਸੀਨਿਊਰਲ ਡੈਫਨੈਸ ਜੀ। ਸੈਂਸੀਨਿਊਰਲ ਡੈਫਨੈਸ ਦੇ ਵਿੱਚ ਤੇ ਮੇਨ ਸਟੇ ਆਫ ਟ੍ਰੀਟਮੈਂਟ ਇਜ਼ ਹੀਅਰਿੰਗ ਏਡ। ਜਿਸ ਤਰ੍ਹਾਂ ਬਜ਼ੁਰਗਾਂ ਦੇ ਵਿੱਚ ਜਾਂ ਕਿਸੇ ਵੀ ਕਾਰਨ ਕਰਕੇ ਸੈਂਸੀਨਿਊਰਲ ਡੈਫਨੈਸ ਹੋ ਜਾਏ ਉਹਦੇ ਲਈ ਸਰਜਰੀ ਤੇ ਆਲਮੋਸਟ ਹੈ ਹੀ ਨਹੀਂ ਜੀ। ਉਹਦੇ ਵਾਸਤੇ ਹੀਅਰਿੰਗ ਏਡ ਹੈ। ਉਹ ਹੀਅਰਿੰਗ ਏਡ ਜਿੱਦਾਂ ਆਪਾਂ ਪਹਿਲਾਂ ਗੱਲਬਾਤ ਦੇ ਵਿੱਚ ਦੱਸਿਆ ਤੁਹਾਨੂੰ, ਹਾਂਜੀ, ਕਿ ਡਿਪੈਂਡਿੰਗ ਔਨ ਦਾ ਡਿਗਰੀ ਆਫ ਡੈਫਨੈਸ ਜੀ, ਉਹਦੇ ਹਿਸਾਬ ਨਾਲ ਫਿਰ ਜਿੱਦਾਂ ਐਨਕ ਦਾ ਨੰਬਰ ਹੁੰਦਾ ਨਾ, ਇੱਦਾਂ ਹੀਅਰਿੰਗ ਏਡ ਦਾ ਵਿੱਚ ਸਮਝੋ ਨੰਬਰ ਹੀ ਹੁੰਦਾ ਜੀ। ਉਹ ਨੰਬਰ ਦੇ ਹਿਸਾਬ ਨਾਲ ਫਿਰ ਹੀਅਰਿੰਗ ਏਡ ਲਗਾ ਦਿੰਦੀ ਹੈ ਜੀ। ਜ਼ਿਆਦਾਤਰ ਜਿਹੜੇ NHS ਤੋਂ ਹੀਅਰਿੰਗ ਏਡ ਮਿਲਦੇ ਨੇ ਜੀ, ਡਿਜੀਟਲ ਹੀਅਰਿੰਗ ਏਡ ਹੈ, ਡਿਜੀਟਲ। ਤੇ ਇਹ ਜਿਹੜੇ ਕੰਨ ਦੇ ਪਿੱਛੇ ਲੱਗਦੇ ਨੇ, ਹਾਂਜੀ, ਉਹੀ ਜ਼ਿਆਦਾ ਮਿਲਦੇ ਨੇ ਜੀ। ਤੇ ਬਾਕੀ ਹੈਗੇ ਨੇ ਕੰਨ ਦੇ ਈਅਰ ਕਨਾਲ ਦੇ ਵਿੱਚ ਵੀ ਪਾਉਣ ਵਾਲਾ। ਕਈ ਲੋਕੀ ਕਹਿੰਦੇ ਨੇ ਮੇਰੇ ਕੰਨ ਦੇ ਪਿੱਛੇ ਮੈਂ ਨਹੀਂ ਲਗਾਉਣਾ ਚਾਹੁੰਦਾ, ਵੀ ਆਪਣਾ ਸਟਿਗਮਾ ਹੁੰਦਾ ਕਈਆਂ ਨੂੰ। ਹਾਂਜੀ ਹਾਂਜੀ, ਇਹ ਤਾਂ ਹੈ। ਤੇ ਜਿਹੜੇ ਕੰਨ ਦੇ ਅੰਦਰ ਪੈਣ ਵਾਲੇ ਨੇ ਉਹ ਸਾਰੇ ਪ੍ਰਾਈਵੇਟ ਨੇ, ਉਹ ਤੁਹਾਨੂੰ ਆਪ ਖਰੀਦਣਾ ਪੈਂਦਾ। ਸੋ ਪ੍ਰਾਈਵੇਟ ਵੀ ਲੈ ਸਕਦੇ ਹੋ, NHS ਤੋਂ ਵੀ ਲੈ ਸਕਦੇ ਹੋ, ਜੋ ਕਿ NHS ਤੋਂ ਤੁਹਾਨੂੰ ਮਿਲੇਗਾ ਬਿਹਾਈਂਡ ਦਾ ਈਅਰ ਜੀ। ਪ੍ਰਾਈਵੇਟ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਕਿੰਨਾ ਪੈਸਾ ਖਰਚ ਸਕਦੇ ਹੋ, ਉਹ ਤੁਹਾਡਾ, ਉਹ ਹਸਪੀਟਲ ਨਾਲ ਕੋਈ ਮਤਲਬ ਨਹੀਂ ਉਹਦਾ ਜੀ ਜੀ। ਤੀਸਰਾ ਹੈ ਬੋਨ ਐਂਕਰਡ ਹੀਅਰਿੰਗ ਏਡ। ਸੋ ਇਹ ਵੀ ਦਿਖਾ ਦਈਏ ਆਪਣੇ ਵਿਊਅਰਸ ਨੂੰ। ਹਾਂਜੀ, ਇਹ ਹੈਗਾ, ਅਗਰ ਤੁਸੀਂ ਇੱਥੇ ਦੇਖੋ ਬਿਹਾਈਂਡ ਦਾ ਈਅਰ ਲੱਗਾ ਹੋਇਆ, ਇਹ ਹੈਗਾ ਬੋਨ ਐਂਕਰਡ ਹੀਅਰਿੰਗ ਏਡ ਜੀ। ਇਹਦੇ ਵਿੱਚ ਕੀ ਹੈ, ਇਹ ਜਿਹੜਾ ਹੀਅਰਿੰਗ ਏਡ ਹੈ ਇਹ ਸਿੱਧੀਆਂ ਸਾਊਂਡ ਵੇਵਸ ਟਰਾਂਸਮਿਟ ਕਰਦਾ ਤੁਹਾਡੇ ਕੋਕਲੀਆ ਨੂੰ, ਜਿਹੜਾ ਕਿ ਸੈਂਸਰੀ ਆਰਗਨ ਹੈ ਹੀਅਰਿੰਗ ਦਾ ਜੀ। ਇਹ ਥਰੂ ਬੋਨ ਟਰਾਂਸਮਿਸ਼ਨ ਹੁੰਦੀ ਹੈ। ਹਾਂਜੀ। ਜਿਸ ਤਰ੍ਹਾਂ ਬਹੁਤ ਸਾਰੇ ਕੇਸਿਸ ਦੇ ਵਿੱਚ ਹੀਅਰਿੰਗ ਏਡ ਉਹ ਟੋਲਰੇਟ ਨਹੀਂ ਕਰ ਸਕਦੇ ਜੀ, ਇਨਫੈਕਸ਼ਨ ਹੁੰਦੀ ਰਹਿੰਦੀ ਹੈ ਜਾਂ ਈਅਰ ਕਨਾਲ ਨੈਰੋ ਆ ਜਾਂ ਕੋਈ ਹੋਰ ਪ੍ਰੋਬਲਮ ਹੈ ਜੀ, ਤੇ ਫਿਰ ਅਸੀਂ ਉਹਨਾਂ ਦੇ ਨਾ ਇਹ ਬੋਨ ਐਂਕਰਡ ਹੀਅਰਿੰਗ ਏਡ ਲਗਾ ਦਿੰਦੇ ਹਾਂ। ਠੀਕ ਹੈ ਜੀ। ਥੋੜ੍ਹਾ ਜਿਹਾ ਸਕਾਲ ਦੇ ਵਿੱਚ ਹੋਲ ਕਰਕੇ ਇੱਕ ਸਟੱਡ ਲਗਾ ਦਿੱਤਾ ਜਾਂਦਾ ਜੀ, ਤੇ ਉਹ ਸਟੱਡ ਦੇ ਉੱਤੇ ਇਹ ਤੁਸੀਂ ਦੇਖੋਗੇ ਹੀਅਰਿੰਗ ਏਡ ਲੱਗਾ ਹੋਇਆ ਹੈ ਜੀ। ਇਹ ਆਵਾਜ਼ ਨੂੰ ਕਲੈਕਟ ਕਰਕੇ ਸਿੱਧੇ ਸਕਾਲ ਦੇ ਵਿੱਚ ਵਾਈਬ੍ਰੇਟ ਕਰੇਗਾ ਤੇ ਤੁਹਾਡੇ ਜਿਹੜਾ ਕੋਕਲੀਆ ਹੈ ਉੱਥੇ ਮੈਸੇਜ ਆਏਗਾ, ਤਾਂ ਉੱਥੋਂ ਅੱਗੇ ਜਿਹੜੀ ਨਸ ਹੈ ਉਹ ਬ੍ਰੇਨ ਤੱਕ ਲੈ ਜਾਏਗੀ। ਵੈਰੀ ਗੁੱਡ। ਆਈ ਥਿੰਕ ਹਰੇਕ ਚੀਜ਼ ਜਿਹੜੀ ਹੈਗੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ
ਦੇਖਦੇ ਹੋਏ ਬਣੀ ਹੋਈ ਹੈ। ਤੇ ਇੱਕ ਅੱਜ ਕੱਲ੍ਹ ਅਕਸਰ ਲੋਕ ਪੁੱਛਦੇ ਨੇ ਕੋਕਲੀਅਰ ਇੰਪਲਾਂਟਸ ਜੀ। ਕੋਕਲੀਅਰ ਇੰਪਲਾਂਟ ਜਿਹੜਾ ਆ ਉਹਨੂੰ ਹੀਅਰਿੰਗ ਏਡ ਦੇ ਨਾਲ ਕਨਫਿਊਜ਼ ਨਹੀਂ ਕਰਨਾ ਚਾਹੀਦਾ ਜੀ। ਹੀਅਰਿੰਗ ਏਡ ਹੈ ਜਿਹੜੇ ਐਂਪਲੀਫਾਈ ਕਰਦੇ ਆ ਸਾਊਂਡ ਨੂੰ, ਜਿੱਦਾਂ ਜਿਹੜਾ ਸੁਣਾਈ ਕਰ ਦਿੰਦਾ ਨਾ, ਹਾਂਜੀ, ਤੇ ਉੱਚੀ ਬੋਲਦੇ ਆ ਅਸੀਂ ਉਹਨੂੰ ਸੁਣ ਜਾਂਦਾ ਜੀ। ਹੀਅਰਿੰਗ ਏਡ ਦਾ ਅਕਸਰ ਇਹੀ ਕੰਮ ਹੈ। ਅੱਛਾ ਜੀ। ਐਂਪਲੀਫਿਕੇਸ਼ਨ ਐਂਪਲੀਫਾਈ ਕਰਨਾ, ਉੱਚੀ ਕਰਕੇ ਉੱਚੀ ਬੋਲਣਾ। ਹਾਂਜੀ। ਤੇ ਜਿਹੜਾ ਕੋਕਲੀਅਰ ਇੰਪਲਾਂਟ ਹੈ ਨਾ ਜੀ, ਇਹ ਕੀ ਕਰਦੇ ਆ, ਇਹ ਜਿਹੜੀ ਸਾਊਂਡ ਵੇਵਸ ਹੈ ਨਾ, ਹਾਂਜੀ, ਉਹਨੂੰ ਇਲੈਕਟ੍ਰੀਕਲ ਐਕਟੀਵਿਟੀ ਦੇ ਵਿੱਚ ਕਨਵਰਟ ਕਰ ਦਿੰਦੇ ਆ, ਜਿਸ ਤਰ੍ਹਾਂ ਸਾਡਾ ਨਾਰਮਲ ਕੋਕਲੀਆ ਕਰਦਾ ਹੈ ਜੀ। ਤੇ ਫਿਰ ਅੱਗੇ ਜਿਹੜੀ ਆਡੀਟਰੀ ਨਰਵ ਹੈ ਨਾ ਜਿਹੜੀ, ਉਹ ਪਿਕ ਕਰਕੇ ਤੁਹਾਡੇ ਬ੍ਰੇਨ ਤੱਕ ਮੈਸੇਜ ਪਹੁੰਚਾਉਂਦੀ ਹੈ। ਇਹ ਤੇ ਇਨ ਬਰੀਫ ਮੈਂ ਤੁਹਾਨੂੰ ਡੈਫਨੈਸ ਬਾਰੇ ਦੱਸ ਦਿੱਤਾ। ਹਾਂਜੀ। ਤੇ ਡੈਫਨੈਸ ਇਜ਼ ਅ ਵੈਰੀ ਵਾਸਟ, ਬਹੁਤ ਵੱਡਾ ਸਬਜੈਕਟ ਹੈਗਾ ਜੀ, ਸਬਜੈਕਟ ਹੈ। ਪਰ ਮੇਰਾ ਖਿਆਲ ਹੈ ਪਬਲਿਕ ਵਾਸਤੇ ਜਾਂ ਆਮ ਪਬਲਿਕ ਵਾਸਤੇ ਇੰਨੀ ਨੌਲੇਜ ਹੋਣੀ ਜ਼ਰੂਰੀ ਹੈਗੀ ਹੈ। ਤੇ ਡਾਕਟਰ ਸਾਹਿਬ, ਇੱਕ ਮੈਂ ਜਾਣਨਾ ਚਾਹਾਂਗੀ, ਡੈਫਨੈਸ ਹੈ ਜਾਂ ਹੀਅਰਿੰਗ ਲੂਜ਼ ਹੈ, ਕੋਈ ਪ੍ਰੀਵੈਂਸ਼ਨ ਵੀ ਅਸੀਂ ਇਹਦੇ ਲਈ ਕਰ ਸਕਦੇ ਹਾਂ ਜੋ ਕਿ ਸਾਡੇ ਵਿਊਅਰਸ ਜਾਂ ਤੇ ਵੱਧਦੀ ਉਮਰ ਜਾਂ? ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ। ਪ੍ਰੀਵੈਂਸ਼ਨ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ, ਅਕਸਰ ਨਾ ਸਾਡੀ ਅੱਖਾਂ ਦੇ ਵਿੱਚ ਪ੍ਰੋਬਲਮ ਹੋਵੇ ਨਾ, ਅਸੀਂ ਡਿਲੇ ਨਹੀਂ ਕਰਦੇ, ਸਾਨੂੰ ਬੜਾ ਫਿਕਰ ਪੈ ਜਾਂਦਾ ਕਿ ਮੇਰੀ ਅੱਖ ਨਾ ਖਰਾਬ ਹੋ ਜਾਏ, ਹੈ ਨਾ। ਹਾਂਜੀ। ਅਸੀਂ ਆਪਣੇ ਡਾਕਟਰ ਕੋਲ ਜਾਵਾਂਗੇ, ਫਟਾਫਟ ਉਹਨੂੰ ਕਹਾਂਗੇ ਮੈਨੂੰ ਸਪੈਸ਼ਲਿਸਟ ਨੂੰ ਦਿਖਾਓ। ਹਾਂਜੀ। ਕੰਨ ਦੇ ਨਾਲ ਅਸੀਂ ਐਸੇ ਬਿਹੇਵ ਨਹੀਂ ਕਰਦੇ ਹਾਂ, ਜਿਹੜਾ ਇੱਕਦਮ ਸਹੀ ਗੱਲ ਹੈ ਤੁਹਾਡੀ। ਆਪ ਇੱਕਦਮ ਕਰਨਾ ਚਾਹੀਦਾ। ਜਿਹੜਾ ਕੰਨ ਹੈ ਨਾ, ਕੰਨ ਵੀ ਉਨਾ ਇੰਪੋਰਟੈਂਟ ਹੈ, ਸੈਂਸਰੀ ਆਰਗਨ ਹੈ ਵੀ, ਬਟ ਓਬਵੀਅਸਲੀ ਅੱਖ ਦਾ ਹਰ ਨੂੰ ਜ਼ਿਆਦਾ ਫਿਕਰ ਪੈਂਦਾ। ਤੇ ਜੇ ਤੁਹਾਨੂੰ ਇਹ ਲੱਗੇ ਬੱਚਾ ਜਿਹੜਾ ਕਲਾਸ ਦੇ ਵਿੱਚ ਪਿੱਛੇ ਰਹਿ ਰਿਹਾ, ਹਾਂਜੀ, ਤੇ ਟੀਵੀ ਉੱਚੀ ਲਗਾ ਰਿਹਾ ਜਾਂ ਉੱਚੀ ਬੋਲ ਰਿਹਾ, ਬਜ਼ੁਰਗ ਉੱਚੀ ਬੋਲ ਰਹੇ ਨੇ, ਉਹਨਾਂ ਨੂੰ ਸੁਣਾਈ ਨਹੀਂ ਦਿੰਦਾ, ਡਿਲੇ ਨਾ ਕਰੋ ਜੀ, ਜਲਦੀ ਦਿਖਾਓ ਉਹਨਾਂ ਨੂੰ। ਜਾਂ ਕੰਨ ਦੇ ਵਿੱਚ ਕੋਈ ਹੋਰ ਪ੍ਰੋਬਲਮ ਹੈ, ਜਿੰਨਾ ਜਲਦੀ ਦਿਖਾਓਗੇ ਉਨੀ ਹੀਅਰਿੰਗ ਕਨਵਰਸੇਸ਼ਨ, ਉਹਨੂੰ ਤੁਸੀਂ ਹੀਅਰਿੰਗ ਨੂੰ ਸੇਵ ਕਰ ਸਕੋਗੇ ਜੀ। ਕਈ ਵਾਰੀ ਬਹੁਤ ਜ਼ਿਆਦਾ ਡੈਮੇਜ ਹੋ ਜਾਂਦਾ ਹੀਅਰਿੰਗ ਲੋਸ ਦਾ ਜਦੋਂ ਤੱਕ ਤੁਸੀਂ ਹਸਪੀਟਲ ਆਉਂਦੇ ਹੋ। ਦੂਸਰੀ ਜਿਹੜੀ ਅੱਜ ਕੱਲ੍ਹ ਦੀ ਮਾਡਰਨ ਬੱਚੇ ਨੇ, ਉਹਨਾਂ ਨੂੰ ਧਿਆਨ ਦੇਣ ਵਾਲੀ ਬਹੁਤ ਜ਼ਰੂਰੀ ਗੱਲ ਹੈ ਕਿ ਜਿਸ ਤਰ੍ਹਾਂ ਲੇਟ ਨਾਈਟ ਪਾਰਟੀਜ਼, ਮਿਊਜ਼ਿਕ, ਹਾਈ ਲਾਊਡ ਮਿਊਜ਼ਿਕ, ਡੀਜੇ ਵਗੈਰਾ ਫੁੱਲ ਵੋਲੀਅਮ 'ਤੇ ਚੱਲਦੇ ਨੇ ਤੇ ਕਾਫੀ ਘੰਟੇ ਉੱਥੇ ਗੁਜ਼ਾਰਦੇ ਨੇ। ਤੇ ਜਿਹੜੇ ਅੱਜ ਕੱਲ੍ਹ ਨੋਰਮਲ ਗੈਜਟਸ ਨੇ, ਜਿੱਦਾਂ ਹੁਣ ਮੋਬਾਈਲ ਫੋਨ ਹੈ, ਹਾਂਜੀ, ਇੱਥੋਂ ਆਪਣੇ ਕੰਨਾਂ ਨੂੰ ਹੈੱਡਫੋਨਸ ਲਗਾ ਕੇ ਮਿਊਜ਼ਿਕ ਸੁਣਦੇ ਰਹਿੰਦੇ ਨੇ ਜੀ। ਉਹ ਕੌਨਸਟੈਂਟਲੀ ਆਵਾਜ਼ ਦੇ ਨਾਲ ਤੁਹਾਡੇ ਕੰਨ ਡੈਮੇਜ ਹੋ ਜਾਂਦੇ ਨੇ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਤੇ ਇਹਨਾਂ ਨੂੰ ਜਾਂ ਤੀਸਰੀ ਗੱਲ ਹੈ, ਜਿੱਦਾਂ ਫੈਕਟਰੀ ਵਰਕਰ ਹੈ ਕੋਈ ਜੀ, ਉੱਥੇ ਕੰਮ ਦੇ ਉੱਤੇ ਇੰਨੀ ਜ਼ਿਆਦਾ ਸਾਊਂਡ ਨਾ ਹੋਵੇ। ਹਾਂਜੀ। ਅਕਸਰ ਉਹ ਫੈਕਟਰੀ ਦੇ ਜਿਹੜੇ ਮਾਲਕ ਨੇ ਇਸ ਗੱਲ ਦਾ ਧਿਆਨ ਰੱਖਦੇ ਨੇ, ਬਟ ਐਜ਼ ਏ ਪੇਸ਼ੈਂਟ ਜੇ ਕਿਸੇ ਨੂੰ ਇਹ ਪ੍ਰੋਬਲਮ ਹੋਵੇ, ਹਾਂਜੀ, ਜਦੋਂ ਉਹ ਫੈਕਟਰੀ ਤੋਂ ਪਰੇ ਨੇ, ਘਰ ਵਿੱਚ ਵੀ ਕੋਈ ਇਹੋ ਜਿਹਾ ਕੰਮ ਕਰਨਾ ਜਿਹਦੇ ਨਾਲ ਜ਼ਿਆਦਾ ਆਵਾਜ਼ ਪ੍ਰੋਡਿਊਸ ਹੋਵੇ, ਜਿੱਦਾਂ ਆਪਣਾ ਲੌਨ ਮੂਵਿੰਗ ਹੈ, ਆਪਣਾ ਘਾਹ ਵਗੈਰਾ ਕੱਟਦੇ ਆ, ਹਾਂਜੀ, ਜਾਂ ਕੋਈ DIY ਕਰਦੇ ਆ, ਆਪਣਾ ਡਰਿਲਿੰਗ ਵਗੈਰਾ ਕਰਦੇ ਆ, ਹਾਂਜੀ, ਤਾਂ ਆਪਣੇ ਕੰਨਾਂ ਨੂੰ ਪ੍ਰੋਟੈਕਟ ਕਰਕੇ ਕਰਨੀ ਚਾਹੀਦੀ ਹੈ। ਓਕੇ ਜੀ, ਇਹ ਤਾਂ ਹੋ ਗਈ ਸਾਡੀ ਪ੍ਰੀਵੈਂਸ਼ਨ। ਅਤੇ ਕਈ ਵਾਰੀ ਹੁੰਦਾ ਕਿ ਜਿਹੜੇ ਆਪਣੇ ਕਈ ਵਾਰੀ ਬਜ਼ੁਰਗ ਤੁਸੀਂ ਵੀ ਦੇਖਣਗੇ ਹਸਪੀਟਲ 'ਚ ਆਉਂਦੇ ਆ, ਬਟ ਦੇ ਡੋਂਟ ਵੇਅਰ ਆਪਣੇ ਕੀ ਕਹਿੰਦੇ ਆਪਣੀ ਟੂਟੀਆਂ ਜਿਹੜੀਆਂ ਨਹੀਂ ਲਾਉਂਦੇ ਹੈਗੇ, ਤੁਸੀਂ ਉਹਨਾਂ ਨੂੰ ਵੀ ਕੋਈ ਮੈਸੇਜ ਦਿਓਗੇ ਕਿ ਕਿੰਨੀ ਕੁ ਜ਼ਰੂਰੀ ਹੈਗਾ ਵੀ ਦੇ ਸ਼ੁੱਡ ਵੇਅਰ ਹੀਅਰਿੰਗ ਏਡ? ਕੀ ਪ੍ਰੀਵੈਂਸ਼ਨ ਹੀਅਰਿੰਗ ਏਡ ਹੈ ਨਾ, ਇਹ ਜ਼ਰੂਰਤ ਹੈ ਉਹਨਾਂ ਦੀ ਆਪਣੀ ਚੋਇਸ ਹੈ ਜੀ। ਇਹ ਹੀਅਰਿੰਗ ਏਡ ਨਾਲ ਜਿਹੜਾ ਤੁਹਾਡਾ ਹੀਅਰਿੰਗ ਲਾਸ ਹੋਇਆ ਉਹ ਘਟਣਾ ਬਦਲਣਾ ਨਹੀਂ ਹੈਗਾ ਜੀ। ਹੀਅਰਿੰਗ ਏਡ ਤੇ ਤੁਹਾਡੀ ਆਪਣੀ ਚੋਇਸ ਹੈ, ਕਨਵੀਨੀਅੰਸ ਹੈ ਤੁਹਾਡੀ। ਤੇ ਜਿਹੜਾ ਹੀਅਰਿੰਗ ਏਡ ਲਗਾਓਗੇ ਤਾਂ ਤੁਸੀਂ ਬੈਟਰ ਕਮਿਊਨੀਕੇਟ ਕਰ ਲਓਗੇ ਜੀ। ਜੇ ਤੁਸੀਂ ਇਹ ਸਮਝੋ ਕਿ ਮੈਂ ਹੀਅਰਿੰਗ ਏਡ ਲਗਾ ਲਿਆ ਨਹੀਂ ਮੇਰੀ ਅੱਗੇ ਹੀਅਰਿੰਗ ਲਾਸ ਪ੍ਰੀਵੈਂਟ ਕਰ ਦੇਣਾ, ਉਹ ਨਹੀਂ ਗੱਲ ਹੈ। ਸੋ ਤੁਹਾਡੀ ਆਪਣੀ ਕਮਿਊਨੀਕੇਸ਼ਨ ਜਿਹੜੀ ਹੈਗੀ ਹੈ ਤੁਸੀਂ ਬੈਟਰ ਕਰ ਸਕਦੇ ਹੋ ਜੇਕਰ ਤੁਹਾਨੂੰ ਪ੍ਰੋਪਰਲੀ ਸੁਣਦਾ ਹੈਗਾ।
ਨੋਰਮਲ ਹੈ, ਜੇ ਸਾਨੂੰ ਪ੍ਰੋਪਰ ਨਹੀਂ ਸੁਣੇਗਾ ਤਾਂ ਸਾਡੀ ਤੇ ਇਹ ਤੇ ਬਰੋਡਲੀ ਸਪੀਕਿੰਗ ਡੈਫਨੈਸ। ਹਾਂਜੀ, ਥੋੜਾ ਜਿਹਾ ਮੈਂ ਵੀ ਜਾਣਨਾ ਚਾਹਾਂਗੀ ਕਿ ਕਈ ਵਾਰੀ ਹੁੰਦਾ ਕਿ ਸਾਡੇ ਕਾਫੀ ਵਿਊਅਰਸ ਨੇ ਜਾਣਨਾ ਚਾਹੁੰਦੇ ਆ ਕਿ ਉਹਨਾਂ ਨੂੰ ਕੰਨਾਂ 'ਚ ਕਈਆਂ ਨੂੰ ਕਾਫੀ ਆਵਾਜ਼ ਆਉਂਦੀ ਹੈ, ਐਂਡ ਉਹ ਕੀ ਚੀਜ਼ ਹੁੰਦੀ ਹੈ, ਮੈਡੀਕਲ ਟਰਮ 'ਚ ਅਸੀਂ ਇਹਨੂੰ ਕੀ ਕਹਿੰਦੇ ਆ ਤੇ ਉਹ ਕਿਉਂ ਹੁੰਦੀ ਹੈ, ਕੁਝ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋਗੇ ਪਲੀਜ਼? ਜਿਹੜੀ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ ਨਾ, ਉਹਨੂੰ ਮੈਡੀਕਲੀ ਅਸੀਂ ਟਿਨੇਟਸ ਕਹਿੰਦੇ ਆ। ਬੜੀ ਤਰ੍ਹਾਂ ਦੀ ਵੱਖਰੀਆਂ ਤਰ੍ਹਾਂ ਦੀ ਆਵਾਜ਼ ਆਉਂਦੀ ਹੈ। ਹਾਂਜੀ, ਕੋਈ ਕਹਿੰਦੇ ਨੇ ਮੈਨੂੰ ਕੰਨ ਦੇ ਵਿੱਚ ਹਿਸਿੰਗ ਸਾਊਂਡ ਆਉਂਦੀ ਹੈ, ਕੋਈ ਕੈਟਲ ਬੋਇਲਿੰਗ, ਕੋਈ ਚਰਚ ਬੈਲਸ ਰਿੰਗਿੰਗ, ਵਰਡ ਸਿੰਗਿੰਗ ਜੀ, ਵੱਖਰੀ ਤਾਂ ਆਵਾਜ਼ਾਂ ਆਉਂਦੀਆਂ, ਬਟ ਐਟ ਦ ਐਂਡ ਆਫ ਦ ਡੇ ਇਹ ਸਾਰਾ ਟਿਨੇਟਸ ਹੈ ਜੀ। ਸੋ ਇਹਦੇ ਲਈ ਜਿਹੜੀ ਪੇਸ਼ੈਂਟ ਅਕਸਰ ਘਬਰਾ ਜਾਂਦੇ ਨੇ ਵੀ ਪਤਾ ਨਹੀਂ ਕੀ ਹੋ ਗਿਆ। ਹਾਂਜੀ, ਕਾਫੀ ਐਂਗਜ਼ਾਇਟੀ ਹੁੰਦੀ ਹੈ, ਓਬਵੀਅਸਲੀ ਹੋਏਗੀ। ਤੇ ਅਕਸਰ ਇਹ ਜਿਹੜਾ ਟਿਨੇਟਸ ਹੈ, ਆਵਾਜ਼ ਹੈ, ਇਹ ਉਸ ਵੇਲੇ ਜ਼ਿਆਦਾ ਆਏਗੀ ਜਦੋਂ ਐਟਮੋਸਫੀਅਰ ਕੁਆਇਟ ਹੈ। ਰਾਤ ਨੂੰ ਜਦੋਂ ਘਰ ਦੇ ਵਿੱਚ ਸਾਰੇ ਸੌਣ ਦੀ ਤਿਆਰੀ ਕਰਦੇ ਨੇ, ਘਰ ਦੇ ਵਿੱਚ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ, ਤਾਂ ਜਿਹਨੂੰ ਟਿਨੇਟਸ ਹੈ ਉਹਨੂੰ ਇਹ ਜ਼ਿਆਦਾ ਸੁਣੇਗਾ, ਕੁਝ ਕੁਆਇਟ ਐਟਮੋਸਫੀਅਰ ਹੋ ਜਾਂਦਾ ਉਸ ਟਾਈਮ ਤੇ। ਕਿਉਂਕਿ ਹੁੰਦੀ ਹੈ ਦਿਨ ਵੇਲੇ ਵੀ ਹੈ, ਦਿਨ ਵੇਲੇ ਤੁਹਾਡਾ ਜਿਹੜਾ ਮਾਈਂਡ ਹੈ ਆਕੂਪਾਈਡ ਹੈ ਸਮਵੇਅਰ ਐਲਸ, ਸੋ ਇਟਸ ਆਲ ਦਾ ਟਾਈਮ देयर। ਹਾਂਜੀ, ਅਕਸਰ ਇਹ ਆਲ ਦਾ ਟਾਈਮ ਹੁੰਦੀ ਹੈ, ਪਰ ਦਿਨ ਵੇਲੇ ਤੁਹਾਨੂੰ ਸੁਣਦੀ ਨਹੀਂ, ਡਿਸਟਰਬ ਨਹੀਂ ਕਰਦੀ ਜੀ, ਕਿਉਂਕਿ ਤੁਸੀਂ ਆਪਣੇ ਕੰਮ 'ਚ ਬਿਜ਼ੀ ਹੋ ਜੀ, ਜਾਂ ਘਰ ਦੇ ਵਿੱਚ ਗੱਲਾਂ ਬਾਤਾਂ 'ਚ ਬਿਜ਼ੀ ਹੋ, ਟੀਵੀ ਚੱਲਦਾ ਪਿਆ, ਉਹਨਾਂ ਇਹ ਮਾਸਕ ਹੋ ਜਾਂਦਾ ਜੀ। ਜਦੋਂ ਸੌਣ ਲੱਗਦੇ ਆ ਰਾਤ ਨੂੰ, ਫਿਰ ਇਹ ਡਿਸਟਰਬ ਕਰਦਾ, ਕਈਆਂ ਨੂੰ ਨੀਂਦ ਵੀ ਨਹੀਂ ਆਉਣ ਦਿੰਦਾ। ਅਗਰ 24 ਘੰਟੇ ਨਾਈਟ ਟਾਈਮ ਜਦੋਂ ਤੁਸੀਂ ਸੋਣਾ ਹੈ, ਸਮਥਿੰਗ ਇਜ਼ ਆਲਵੇਜ਼ ਤੁਹਾਡੇ ਕੰਨ 'ਚ ਵੱਜਦਾ ਹੋਏ ਤਾਂ। ਹਾਂਜੀ, ਤੇ ਇਹਦੇ ਫਿਰ ਜ਼ਿਆਦਾਤਰ ਇਹੀ ਹੁੰਦਾ ਕਿ ਸਾਨੂੰ ਇਹਦੇ ਵਿੱਚ ਦੇਖਣਾ ਪੈਂਦਾ ਕਿ ਤੁਹਾਨੂੰ ਪੇਸ਼ੈਂਟ ਨੂੰ ਅਸੀਂ ਪੁੱਛੀਦਾ ਕਿ ਟਿਨੇਟਸ ਤੁਹਾਡੇ ਇੱਕ ਸਾਈਡ ਦਾ ਹੈ ਕਿ ਦੋ ਸਾਈਡ 'ਤੇ ਆ, ਜਿਹੜਾ ਫਿਰ ਇਹਨਾਂ ਦੇ ਕੰਨਾਂ ਦੀ ਸੁਣਾਈ ਚੈੱਕ ਕਰੀਦੀ ਹੈ। ਜਿਸ ਤਰ੍ਹਾਂ ਤੁਸੀਂ ਪਹਿਲਾਂ ਪੁੱਛਿਆ ਸੀ ਮੈਨੂੰ ਕਿ ਸੁਣਾਈ ਦੋਹਾਂ 'ਚ ਵੀ ਹੋ ਸਕਦੀ ਹੈ, ਘੱਟ ਕੇ ਇੱਕ 'ਚ। ਹਾਂਜੀ, ਜੇ ਟਿਨੇਟਸ ਹੋ ਗਈ ਤੇ ਉਸੀ ਸਾਈਡ 'ਤੇ ਸੁਣਾਈ ਘੱਟ ਹੋਵੇ, ਦੂਸਰੀ ਸਾਈਡ 'ਤੇ ਬੈਟਰ ਹੋਵੇ, ਤਾਂ ਏਸਿਮੈਟ੍ਰੀਕਲ ਹੀਅਰਿੰਗ ਲਾਸ ਹੋ ਗਿਆ ਨਾ। ਓਕੇ, ਹਾਂਜੀ। ਤੇ ਜਦੋਂ ਏਸਿਮੈਟ੍ਰੀਕਲ ਹੀਅਰਿੰਗ ਲਾਸ ਹੁੰਦਾ ਤੇ ਨਾਲ ਟਿਨੇਟਸ ਵੀ ਹੋਵੇ ਤਾਂ ਸਾਨੂੰ ਅੱਗੇ ਟੈਸਟ ਕਰਾਉਣੇ ਪੈਂਦੇ ਨੇ ਉਹਦੇ। ਠੀਕ ਹੈ ਜੀ। ਜਿਹੜਾ ਕਿ ਅਕਸਰ MRI ਸਕੈਨ ਹੈ, ਇਨਰ ਈਅਰ ਤੇ ਪਾਰਟ ਆਫ ਬ੍ਰੇਨ ਦਾ। ਠੀਕ ਹੈ। ਉੱਥੋਂ ਅਸੀਂ ਕੰਡੀਸ਼ਨ ਰੂਲ ਆਊਟ ਕਰ ਰਹੇ ਹੁੰਦੇ ਹਾਂ। ਬਾਕੀ ਪੇਸ਼ੈਂਟ ਨੂੰ ਪੁੱਛਣਾ ਪਏਗਾ ਕਿ ਕੋਈ ਇਨਫੈਕਸ਼ਨ ਤਾਂ ਨਹੀਂ ਹੋਈ ਜੀ, ਕੋਈ ਮੈਡੀਸਿਨਸ ਵਗੈਰਾ ਤਾਂ ਨਹੀਂ ਲੈ ਰਿਹਾ, ਜਿਵੇਂ ਕਿ ਪਹਿਲੇ ਮੈਂ ਤੁਹਾਨੂੰ ਦੱਸਿਆ ਅਮਾਈਨੋਗਲਾਈਕੋਸਾਈਡਸ ਜਾਂ ਸਟੈਟਿਨਸ ਅੱਜ ਕੱਲ੍ਹ ਬੜੀਆਂ ਕਾਮਨ ਹੈ ਹਾਈ ਕੋਲੈਸਟਰੋਲ ਵਾਸਤੇ ਜੀ, ਐਸਪਰੀਨ, ਡਾਇਊਰੇਟਿਕਸ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ। ਜੇ ਇਹੋ ਜਿਹੀਆਂ ਮੈਡੀਸਿਨਸ ਲੈ ਰਹੇ ਨੇ ਤਾਂ ਉਹਨਾਂ ਨੂੰ ਵੀ ਟਿਨੇਟਸ ਆਵਾਜ਼ਾਂ ਕੰਨ ਦੇ ਵਿੱਚ ਆਉਣ ਦੇ ਚਾਂਸਸ ਹੋ ਜਾਂਦੇ ਨੇ। ਜਦੋਂ ਫਿਰ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ, ਅਸੀਂ ਉਹਨਾਂ ਦੀ ਹਿਸਟਰੀ ਲੈਂਦੇ ਹਾਂ ਅਤੇ ਅਕਸਰ ਉਹਨਾਂ ਦਾ ਹੀਅਰਿੰਗ ਟੈਸਟ ਕਰਵਾਉਂਦੇ ਹਾਂ। ਉੱਥੋਂ ਪਤਾ ਲੱਗ ਜਾਂਦਾ ਵੀ ਏਸਿਮੈਟ੍ਰੀਕਲ ਹੀਅਰਿੰਗ ਲਾਸ ਤਾਂ ਨਹੀਂ ਹੈ, ਕਿ ਜੇ ਏਸਿਮੈਟ੍ਰੀਕਲ ਹੀਅਰਿੰਗ ਲਾਸ ਹੈ ਤਾਂ ਫਿਰ ਸਾਨੂੰ ਉਹਨਾਂ ਲਈ MRI ਸਕੈਨ ਲਈ ਬੁੱਕ ਕਰਨਾ ਪਏਗਾ ਜੀ। ਤੇ ਬਾਕੀ ਜਿਹੜੀ ਇਹਦੀ ਟ੍ਰੀਟਮੈਂਟ ਦੇ ਪਾਰਟ ਹੈ ਨਾ, ਹਾਂਜੀ, ਜੇ ਤੁਸੀਂ ਰੂਲ ਆਊਟ ਕਰਤਾ ਕਿ ਦੇयर ਇਜ਼ ਨਥਿੰਗ ਡੇਂਜਰਸ, ਸਟਰੋਂਗ ਰੀਅਸ਼ੋਰੈਂਸ ਪੇਸ਼ੈਂਟ ਨੂੰ। ਬਹੁਤ ਸਾਰੇ ਪੇਸ਼ੈਂਟ ਇਸ ਕੇਸ ਵਿੱਚ ਰੀਅਸ਼ੋਰੈਂਸ ਹੀ ਚਾਹੁੰਦੇ ਨੇ ਕਿ ਮੈਨੂੰ, ਕਿਉਂਕਿ ਜਿਹੜਾ ਲੇਮੈਨ ਹੈ, ਲੇ ਪਰਸਨ ਹੈ, ਉਹਨੂੰ ਲੱਗੇਗਾ ਕਿ ਪਤਾ ਨਹੀਂ ਮੇਰੇ ਕੰਨ ਦੇ ਵਿੱਚ ਕੀ ਹੋ ਗਿਆ। ਹਾਂਜੀ, ਦੇ ਸਟਾਰਟ ਥਿੰਕਿੰਗ ਕਿ ਭੈੜੇ ਖਿਆਲ ਆ ਜਾਂਦੇ ਕਿ ਮੇਰੇ ਬ੍ਰੇਨ ਦੇ ਵਿੱਚ ਟਿਊਮਰ ਤਾਂ ਨਹੀਂ ਹੋ ਗਿਆ, ਹਾਂਜੀ, ਜਾਂ ਕੋਈ ਹੋਰ ਸੀਰੀਅਸ ਇਨਫੈਕਸ਼ਨ ਤਾਂ ਨਹੀਂ ਹੋ ਗਈ। ਫਿਰ ਅਸੀਂ ਉਹਨਾਂ ਨੂੰ ਅਕਸਰ ਦੱਸਦੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਤੇ ਜਿਹੜੇ ਬਹੁਤ ਜ਼ਿਆਦਾ ਐਂਕਸ਼ੀਅਸ ਨੇ ਉਹਨਾਂ ਨੂੰ ਅਸੀਂ ਕਹੀਦਾ ਕਿ ਤੁਸੀਂ ਰਿਲੈਕਸ ਕਰੋ, ਹਾਂਜੀ, ਟਰਾਈ ਟੂ ਅਵੋਇਡ ਐਂਗਜ਼ਾਇਟੀ ਜੀ। ਬੜਾ ਔਖਾ ਹੈ ਪਰ ਬਹੁਤ ਜ਼ਿਆਦਾ ਆਈ ਥਿੰਕ। ਬਾਕੀ ਜਿਹੜੀ ਇਹਦੀ ਤੁਸੀਂ ਕਹੋ ਕਿ ਮੈਡੀਕਲ ਟ੍ਰੀਟਮੈਂਟ, ਹਾਂਜੀ, देयर इज नो मेडिसिन फॉर इट। ओके, सो कोई दवाई वगैरह या नहीं? दवाई वगैरह कोई नहीं है ਇਹਦੇ ਵਾਸਤੇ। ਇਹਦੇ ਵਾਸਤੇ ਅਸੀਂ ਅਕਸਰ ਉਹਨਾਂ ਨੂੰ ਆਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਭੇਜ ਦਈਦਾ ਜੀ, ਜਿੱਥੇ ਕਿ ਟਿਨੇਟਸ ਕਾਉਂਸਲਿੰਗ ਕੀਤੀ ਜਾਂਦੀ ਉਹਨਾਂ ਦੀ।
ਓਕੇ ਉਹਨਾਂ ਨੂੰ ਬਹੁਤ ਸਾਰੇ ਵੇਜ਼ ਐਂਡ ਮੀਨਸ ਉਹ ਦੱਸਦੇ ਨੇ ਜਿਹੜੇ ਟੈਕਨੀਸ਼ੀਅਨ ਨੇ ਜਾਂ ਆਡੀਓਲੋਜੀ ਵਾਲੇ ਨੇ ਜੀ ਇਹਦੇ ਨਾਲ ਤੁਸੀਂ ਕਿਸ ਤਰ੍ਹਾਂ ਕੋਪ ਕਰਨਾ। ਜਿਵੇਂ ਕਿ ਅਕਸਰ ਉਹਨਾਂ ਨੂੰ ਦੱਸਿਆ ਜਾਂਦਾ ਕਿ ਰਾਤ ਨੂੰ ਸੌਣ ਲੱਗੇ ਆਪਣੇ ਕਮਰੇ ਦੇ ਵਿੱਚ ਬੈਡਰੂਮ ਦੇ ਵਿੱਚ ਕੋਈ ਸ਼ਬਦ ਲਗਾ ਲਓ ਜੀ, ਕੋਈ ਮਿਊਜ਼ਿਕ ਲਗਾ ਲਓ ਜਿਹਦੇ ਨਾਲ ਕਿ ਜਿਹੜੀ ਤੁਹਾਡੇ ਕੰਨ ਦੇ ਪਿੱਛੋਂ ਆਵਾਜ਼ ਆਉਂਦੀ ਹੈ ਨਾ ਉਹ ਨਾ ਸੁਣੇ, ਤੁਹਾਡਾ ਧਿਆਨ ਮਿਊਜ਼ਿਕ ਵੱਲ ਚੱਲ ਜਾਏ ਤੇ ਯੂ ਗ੍ਰੈਜੂਅਲੀ ਡ੍ਰਿਫਟ ਟੂ ਸਲੀਪ। ਸੋ ਡਿਸਟਰੈਕਟ ਥੋੜਾ ਜਿਹਾ ਜਿੱਦਾਂ ਮਾਈਂਡ ਹੋ ਜਾਏ ਉੱਥੋਂ ਦੀ। ਤੇ ਉਹਦੇ ਨਾਲ ਇਹ ਹੈ ਕਿ ਤੁਹਾਨੂੰ ਜਿਹੜਾ ਆਪਣੀ ਕੰਨ ਦੇ ਵਿੱਚੋਂ ਆਵਾਜ਼ ਸੁਣਦੀ ਆ ਉਹ ਥੋੜ੍ਹੀ ਜਿਹੀ ਨਹੀਂ ਸੁਣੇਗੀ ਤੇ ਤੁਹਾਡਾ ਧਿਆਨ ਮਿਊਜ਼ਿਕ ਵਿੱਚ ਚੱਲ ਜਾਏਗਾ ਜਾਂ ਜੇ ਭਜਨ ਬੰਦਗੀ ਵਾਲਾ ਜਾਂ ਤੇ ਆਪਣੇ ਸ਼ਬਦਾਂ ਵਿੱਚ ਚੱਲ ਜਾਏਗਾ, ਕੀਰਤਨ ਵਿੱਚ ਚੱਲ ਜਾਏਗਾ ਤੇ ਤੁਸੀਂ ਸੌ ਜਾਓਗੇ। ਜੀ ਜੀ। ਤੇ ਜਾਂ ਆਡੀਓਲੋਜੀ ਵਾਲੇ ਜੇ ਕੋਈ ਬਹੁਤ ਜ਼ਿਆਦਾ ਹੈ ਉਹਨੂੰ ਇੱਕ ਸਾਊਂਡ ਜਨਰੇਟਰ ਕਹਿੰਦੇ ਆ, ਹੀਅਰਿੰਗ ਏਡ ਵਰਗਾ ਹੀ ਹੁੰਦਾ ਉਹ। ਹਾਂਜੀ। ਉਹ ਲਗਾ ਦਿੰਦੇ ਨੇ ਕੰਨ ਦੇ ਵਿੱਚ ਤਾਂ ਕਿ ਜਿਹੜੀ ਤੁਹਾਡੀ ਆਪਣੀ ਆਵਾਜ਼ ਹੈ ਨਾ ਉਹਨੂੰ ਉਹ ਥੋੜਾ ਘਟਾ ਦਿੰਦਾ। ਠੀਕ ਹੈ ਜੀ। ਬਾਕੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਐਟ ਦਾ ਐਂਡ ਆਫ ਦਾ ਡੇ ਇਟਸ ਸਟਰੋਂਗ ਰੀਅਸ਼ੋਰੈਂਸ। ਥੈਂਕ ਯੂ ਸੋ ਮਚ ਤੁਹਾਡਾ ਡਾਕਟਰ ਸਾਹਿਬਾਨ ਦਾ, ਤੁਸੀਂ ਇੰਨੀ ਵੈਲਿਊਏਬਲ ਸਾਡੀ ਇਨਫੋਰਮੇਸ਼ਨ ਸਾਡੇ ਕਾਂਸ਼ੀ ਟੀਵੀ ਦੇ ਵਿਊਅਰਸ ਦੇ ਨਾਲ ਸ਼ੇਅਰ ਕੀਤੀ। ਕੋਈ ਕੁਇਕਲੀ ਇੱਕ ਕੁਇਕ ਮੈਸੇਜ ਤੁਸੀਂ ਸਾਡੇ ਵਿਊਅਰਸ ਨੂੰ ਦੇ ਦੋਗੇ? ਕੁਇਕ ਮੈਸੇਜ ਇਹ ਹੈ ਕਿ ਅਗਰ ਤੁਹਾਨੂੰ ਕੋਈ ਲੱਗੇ ਕਿ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕੁਝ ਪ੍ਰੋਬਲਮ ਹੈ ਸੁਣਾਈ ਦੀ, ਜਿੰਨਾ ਜਲਦੀ ਹੋ ਸਕੇ ਉਹਨਾਂ ਨੂੰ ਆਪਣੇ ਡਾਕਟਰ ਕੋਲ ਲੈ ਕੇ ਜਾਓ ਤਾਂ ਕਿ ਤੁਸੀਂ ਉਹਨਾਂ ਨੂੰ ਰੈਫਰ ਕਰਾ ਸਕੋ। ਇਗਨੋਰ ਨਾ ਕਰੋ। ਥੈਂਕ ਯੂ ਸੋ ਮਚ ਤੁਹਾਡਾ ਆਉਣ ਦਾ ਕਾਂਸ਼ੀ ਟੀਵੀ ਤੇ। ਥੈਂਕ ਯੂ ਵੈਰੀ ਮਚ ਫॉर ਇਨਵਾਈਟਿੰਗ ਮੀ ਟੂ ਕਾਂਸ਼ੀ ਟੀਵੀ ਐਂਡ ਮੈਂ ਸਾਰਿਆਂ ਦਾ ਤੁਹਾਡਿਆਂ ਦਾ ਟੀਵੀ ਦਾ ਕਾਂਸ਼ੀ ਟੀਵੀ ਦਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਇਹਦੇ ਨਾਲ ਹੀ ਅੱਜ ਦਾ ਸਾਡਾ ਹੈਲਥ ਟਾਕ ਸ਼ੋ ਇੱਥੇ ਸਮਾਪਤ ਹੁੰਦਾ ਹੈ।